ਮੇਰਾ ਇੱਕ ਟੋਕੇ ਦੇ ਵਿੱਚ ਆ ਕੇ 2007 ਦੇ ਵਿੱਚ ਹੱਥ ਕੱਟਿਆ ਗਿਆ। ਮੇਰਾ ਵੱਡਾ ਬ੍ਰਦਰ ਆ ਜੋ ਦੀ ਹੀ ਕੋਈ ਮੰਨ ਲਓ ਪੈਸਿਆਂ ਦਾ ਝਗੜਾ ਸੀਗਾ, ਇਹਨੂੰ ਉਹਨਾਂ ਨੇ ਕੁੱਟਣਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ। ਮੈਂ ਹਾਂ ਗੁਰਚੇਤ ਔਲਖ। ਅੱਜ ਅਸੀਂ ਪਹੁੰਚੇ ਹਾਂ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਜੋੜ ਸਿੰਘ ਵਾਲਾ ਦੇ ਵਿੱਚ, ਜਿੱਥੇ ਰੱਬ ਦੀ ਐਸੀ ਕਰਨੀ ਵਾਪਰੀ ਆ ਕਿ ਜਿੱਥੇ ਪਰਿਵਾਰ ਦੇ 3 ਮੈਂਬਰ ਨੇ ਤੇ ਤਿੰਨੇ ਹੀ ਜਿਹੜੇ ਰੱਬ ਵੱਲੋਂ ਅਣਦਿੱਤੀਆਂ ਦਾਤਾਂ ਦੇ ਸ਼ਿਕਾਰ ਨੇ। ਠੀਕ ਹੈ, ਕੋਈ ਹੈਂਡੀਕੈਪਟ, ਕਿਸੇ ਨੂੰ ਕੰਨਾਂ ਤੋਂ ਨਹੀਂ ਸੁਣਦਾ ਤੇ ਕਿਸੇ ਨੂੰ ਜਮਾਂਦਰ ਤੋਂ ਜਿਹੜਾ ਪੋਲੀਓ, ਤੇ ਕੋਈ ਥੋੜ੍ਹੇ ਟਾਈਮ ਤੋਂ ਹੀ ਜਿਹੜਾ ਇਸ ਅਣਹੋਣੀ ਦਾ ਸ਼ਿਕਾਰ ਹੋਇਆ ਹੈ। ਸਾਡੇ ਨਾਲ ਜਿਹੜੇ ਪਰਿਵਾਰ ਦੇ ਮੁਖੀ ਮੌਜੂਦ ਨੇ, ਜਿਹੜੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਨੇ। ਤੇ ਇੱਕ ਹੈਰਾਨੀ ਆ ਜਿਹੜੀ ਆ ਕਰਨ ਵਾਲੀ ਗੱਲ ਇਹ ਆ ਕਿ ਪਰਿਵਾਰ ਦੇ 4 ਜੀ ਜਿਹੜੇ ਆ ਖਾਣ ਵਾਲੇ ਨੇ, ਪਰ ਜਿਹੜਾ ਕਮਾਉਣ ਵਾਲਾ 1 ਜੀ ਆ, ਤੇ ਉਹ ਵੀ ਰੱਬ ਦੀ ਕਿਸਮਤ ਦੀ ਜਿਹੜੀ ਬਦਕਿਸਮਤੀ ਦਾ ਸ਼ਿਕਾਰ ਹੋਇਆ ਵਾ, ਜਿਹਦਾ ਕੁਝ ਸਾਲ ਪਹਿਲਾਂ ਜਿਹੜਾ ਇੱਕ ਹੱਥ ਕੱਟਿਆ ਗਿਆ। ਤੇ ਉਹ ਜਿਹੜਾ 2 ਵਕਤ ਦੀ ਰੋਟੀ ਦਾ ਜਿਹੜਾ ਗੁਜ਼ਾਰਾ ਉਹ ਆਪ ਮਿਹਨਤ ਕਰਕੇ ਜਿਹੜਾ ਦੂਜਿਆਂ ਦਾ ਢਿੱਡ ਭਰ ਰਿਹਾ। ਤੇ ਆਪਾਂ ਗੱਲਬਾਤ ਕਰਦੇ ਹਾਂ ਵੀਰ ਜੀ ਦੇ ਨਾਲ ਕਿ ਜਿਹੜੀ ਵੀਰ ਜੀ ਆ, ਇਹ ਤੁਹਾਡੇ ਨਾਲ ਜਿਹੜੀ ਘਟਨਾ ਵਾਪਰੀ ਆ ਤੇ ਜਿਹੜਾ ਬਾਕੀ ਪਰਿਵਾਰ ਦਾ ਤੁਸੀਂ ਪਾਲਣ ਪੋਸ਼ਣ ਕਰ ਰਹੇ ਹੋ ਉਹ ਕਿਵੇਂ ਕਰ ਰਹੇ ਹੋ, ਤੇ ਜਿਹੜਾ ਘਰ ਦਾ ਗੁਜ਼ਾਰਾ ਕਿਵੇਂ ਚੱਲ ਰਿਹਾ। ਸਵਾਗਤ ਹੈ ਵੀਰ ਜੀ ਤੁਹਾਡਾ ਹਮਦਰਦ ਟੀਵੀ ਤੇ ਜੀ। ਹਾਂਜੀ, ਧੰਨਵਾਦ ਜੀ। ਤੇ ਵੀਰ ਜੀ, ਜਿਹੜਾ ਤੁਹਾਡਾ ਆਰਥਿਕ ਹਾਲਤ ਆ, ਤੁਸੀਂ 4 ਮੈਂਬਰਾਂ ਦਾ ਗੁਜ਼ਾਰਾ ਕਰ ਰਹੇ ਹੋ, ਤੇ ਜਿਹੜੇ 4 ਮੈਂਬਰ ਆ ਉਹ ਕੁਝ ਕਮਾ ਵੀ ਨਹੀਂ ਸਕਦੇ, ਕੁਝ ਖਾਣ ਨੂੰ ਬਣਾ ਵੀ ਨਹੀਂ ਸਕਦੇ, ਤੇ ਉਹਨਾਂ ਦਾ ਗੁਜ਼ਾਰਾ ਤੁਸੀਂ ਕਿਵੇਂ ਕਰ ਰਹੇ ਹੋ? ਇਹਦੇ ਵਿੱਚ ਭਾਜੀ ਇਸ ਤਰ੍ਹਾਂ ਹੈਗਾ ਵਾ ਕਿ ਜਿਸ ਤਰ੍ਹਾਂ ਸਾਡੇ ਪਰਿਵਾਰ ਦੇ ਵਿੱਚ ਮੇਨ ਮੈਂ ਹੈਗਾ ਵਾ। ਮੇਰਾ ਇੱਕ ਟੋਕੇ ਦੇ ਵਿੱਚ ਆ ਕੇ 2007 ਦੇ ਵਿੱਚ ਹੱਥ ਕੱਟਿਆ ਗਿਆ। ਮੇਰਾ ਵੱਡਾ ਬ੍ਰਦਰ ਆ ਜੋ ਬਚਪਨ ਤੋਂ ਹੀ ਹੈਂਡੀਕੈਪ ਆ। ਇੱਕ ਮੇਰੀ ਸਿਸਟਰ ਆ ਜੋ ਵੀ ਹੈਂਡੀਕੈਪ ਆ, ਔਰ ਇੱਕ ਸਾਡੇ ਭੂਆ ਜੀ ਆ ਮੇਰੇ ਨਾਲ, ਜਿਹੜੇ ਇਹ ਵੀ ਮਤਲਬ ਵੀ ਕੰਨਾਂ ਤੋਂ ਇਹਨਾਂ ਨੂੰ ਸੁਣਦਾ ਨਹੀਂ ਆ, ਔਰ ਇਹ ਵੀ ਹੈਂਡੀਕੈਪ 'ਚ ਹੀ ਆਉਂਦੇ ਆ। ਇਹ ਵੀ ਮੇਰੇ ਨਾਲ ਹੀ, ਇਹਨਾਂ ਨੂੰ ਮੈਂ ਹੀ ਇਹਨਾਂ ਦੀ ਜਿਹੜੀ ਪਾਲਣ ਪੋਸ਼ਣ ਆ ਉਹ ਮੈਂ ਹੀ ਕਰਦਾ ਵਾਂ, ਦੇਖ ਰੇਖ ਇਹਨਾਂ ਦੀ ਮੈਂ ਹੀ ਕਰਦਾ ਜੀ। ਤੇ ਜਿਹੜੇ ਤੁਸੀਂ ਇਹਨਾਂ ਦੀ ਪਾਲਣ ਪੋਸ਼ਣ ਵਾਸਤੇ ਜਿਹੜਾ ਖਰਚਾ ਵਾ ਜਾਂ ਕੋਈ ਫੰਡ ਆ ਉਹ ਕਿੱਦਾਂ ਇਕੱਠਾ ਕਰਦੇ ਹੋ? ਇਹਦੇ ਵਿੱਚ ਜੀ ਇਹ ਹੁਣ ਇੱਦਾਂ ਜੀ, ਹੁਣ ਇਹ ਵੀ ਮੰਜੇ 'ਤੇ ਬੈਠਾ ਵਾ, ਉਹ ਵੀ ਮੰਜੇ 'ਤੇ ਬੈਠੀ ਆ। ਇੱਕ ਸਿਸਟਰ ਆ ਜੋ ਇਹਨਾਂ ਦੀ ਦਵਾਈ ਬੂਟੀ ਆ ਚਾਹੇ ਕਿੱਦਾਂ ਵਾ, ਉਹ ਮੈਂ ਹੀ ਆਪਣੀ ਬਾਹਰ ਅੰਦਰ ਕੋਈ ਨਿੱਕਾ ਮਾੜਾ ਮੋਟਾ ਮਿਹਨਤ ਮਜ਼ਦੂਰੀ ਇੱਧਰ ਉੱਧਰ ਕੰਮ ਕਰਕੇ ਤੇ ਮੈਂ ਹੀ ਪਾਲਣ ਪੋਸ਼ਣ ਕਰ ਰਿਹਾ ਵਾਂ। ਇਹਦੇ ਵਿੱਚ ਸਾਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਸਰਕਾਰ ਵੱਲੋਂ ਨਹੀਂ ਕੋਈ ਸਹੂਲਤ ਹੈਗੀ, ਕੋਈ ਸਾਨੂੰ ਫੰਡ ਨਹੀਂ ਹੈਗਾ। ਮੈਂ ਆਪਣੇ ਹੀ ਦਮ 'ਤੇ ਆਪਣੇ ਇਹਨਾਂ ਦਾ ਜਿਹੜਾ ਗੁਜ਼ਾਰਾ ਕਰ ਰਿਹਾ ਹੈਗਾ। ਤੁਸੀਂ ਪਰਿਵਾਰ ਦੇ ਵਿੱਚ ਟੋਟਲ ਮੈਂਬਰ ਕਿੰਨੇ ਹੋ?
ਅਸੀਂ ਜੀ ਪਰਿਵਾਰ ਦੇ ਵਿੱਚ ਟੋਟਲ ਹੈਗੇ ਹਾਂ ਜੀ 5 ਮੈਂਬਰ ਹਾਂ ਜੀ, ਜਿਹਦੇ ਵਿੱਚ ਇੱਕ ਸਾਡੀ ਸਿਸਟਰ ਆ, ਉਹ ਵੀ ਹੈਂਡੀਕੈਪ ਆ, ਔਰ ਇੱਕ ਮੇਰੀ ਵਾਈਫ ਆ, ਔਰ ਇਹ ਮੇਰਾ ਬ੍ਰਦਰ ਆ, ਅਤੇ ਸਾਡੀ ਭੂਆ ਜੀ ਆ। ਅਤੇ ਇਹ ਜਿਹੜੇ ਸਾਡੇ ਭੂਆ ਜੀ ਆ, ਇਹ ਵੀ ਮਤਲਬ ਕਿ ਮੇਰੀ ਉਮਰ ਦੇ ਵਿੱਚ ਸ਼ੁਰੂ ਤੋਂ ਹੀ ਇਹ ਸਾਡੇ ਪਰਿਵਾਰ ਦੇ ਨਾਲ ਆ ਰਹੇ ਆ, ਕਿਉਂਕਿ ਸਾਡੇ ਫਾਦਰ ਸਾਹਿਬ ਜਿਹੜੇ ਸੀ ਉਹ ਇੱਕ ਪਹਿਲਾਂ ਸ਼ੁਰੂ ਤੋਂ ਬਹੁਤ ਜਾਣੀ ਕਿ ਨਸ਼ਿਆਂ ਦੇ ਵਿੱਚ ਲੱਗੇ ਸੀ, ਨਸ਼ੇੜੀ ਸੀ। ਉਹ ਮਤਲਬ ਚਲੇ ਗਏ, ਉਹਨਾਂ ਦੀ ਡੈਥ ਹੋ ਗਈ। ਉਸ ਤੋਂ ਬਾਅਦ ਮੇਰੇ ਮਾਤਾ ਜੀ ਆ ਗਏ, ਉਹਨਾਂ ਦੇ ਵੀ ਅੱਖਾਂ ਦੇ ਆਪਰੇਸ਼ਨ ਕਰਾਏ, ਬਹੁਤ ਪੈਸਾ ਲੱਗਿਆ ਇੱਧਰ ਉੱਧਰ, ਉਹ ਵੀ ਸਾਰਾ ਕੁਝ ਮੈਂ ਹੀ ਕੀਤਾ। ਉਸ ਤੋਂ ਇਲਾਵਾ ਫਿਰ ਇਹ ਸਾਡੇ ਭੂਆ ਜੀ ਜਿਹੜੇ, ਇਹ ਜਾਣੀ ਕਿ ਵੈਸੇ ਮੇਰੇ ਡੈਡੀ ਹੁਣੀ ਚਲੋ 3-4 ਭਰਾ ਹੈਗੇ ਆ, ਦੂਜੇ ਤਾਏ ਚਾਚੇ ਉਹ ਆਪਣਾ ਕੰਮ ਕਰਦੇ, ਕੋਈ ਇਹਦੀ ਦੇਖਭਾਲ ਨਹੀਂ ਕਰਦਾ। ਇਹ ਜੋ ਵੀ ਹੈ ਤਾਂ ਸਾਰਾ ਮੈਂ ਹੀ ਕਰਦਾ ਜੀ। ਤੇ ਜਿਹੜਾ ਵਾਹਿਗੁਰੂ ਜੀ ਦਾ ਇਹ ਭਾਣਾ ਵਾਪਰਿਆ, ਠੀਕ ਆ, ਕਿ ਪਰਿਵਾਰ ਦੇ ਜਿਹੜਾ ਇੱਕ ਤੁਹਾਡਾ ਬ੍ਰਦਰ ਉਹ ਵੀ ਸ਼ੁਰੂ ਤੋਂ ਜਿਹੜਾ ਜਿਹਨੂੰ ਪੋਲੀਓ, ਤੇ ਜਿਹੜੀ ਤੁਹਾਡੀ ਸਿਸਟਰ ਆ ਉਹ ਵੀ ਸ਼ੁਰੂ ਤੋਂ ਹੀ ਜਿਹੜੀ ਹੈਂਡੀਕੈਪਟ। ਹਾਂਜੀ। ਤੇ ਇਹ ਭਾਣਾ ਜਿਹੜਾ ਵਾਹਿਗੁਰੂ ਦੀ ਹੋਣੀ ਦੇ ਨਾਲ ਵਾਪਰਿਆ, ਤੇ ਜਿਹੜਾ ਤੁਹਾਡਾ ਵੀ ਹੱਥ ਕੱਟਿਆ ਗਿਆ, ਕੀ ਕਾਰਨ ਹੈ ਜੀ? ਇਹਦੇ ਵਿੱਚ ਇਹ ਹੋਇਆ ਜੀ, ਜਿਸ ਤਰ੍ਹਾਂ ਇਹ ਵੱਡਾ ਬ੍ਰਦਰ ਸੀ, ਇਹਨਾਂ ਦਾ ਜਦੋਂ ਜਨਮ ਹੋਇਆ ਵਾ, ਇਹਨਾਂ ਨੂੰ ਕੋਈ ਬੁਖਾਰ ਦੇ ਵਿੱਚ ਟੀਕਾ ਲੱਗ ਗਿਆ, ਕੋਈ ਇੰਜੈਕਸ਼ਨ ਲੱਗਿਆ, ਇਹ ਤਾਂ ਬਚਪਨ ਤੋਂ ਹੀ ਸੀ। ਔਰ ਸਿਸਟਰ ਹੀ ਜਿਹੜੀ ਮੇਰੀ, ਉਹ ਵੀ ਬਚਪਨ ਤੋਂ ਹੀ ਆ। ਅਤੇ ਮੇਰਾ ਹੀ ਜਿਹੜਾ ਜੀ ਇਹ 2007 ਦੇ ਵਿੱਚ ਮੈਂ ਚਲੋ ਆਪਣੀ ਮਿਹਨਤ ਮਜ਼ਦੂਰੀ ਕਰਦਾ ਸੀਗਾ, ਪੱਠੇ ਕੁਤਰ ਰਿਹਾ ਸੀਗਾ, ਅਤੇ ਮੇਰਾ ਟੋਕੇ ਦੇ ਵਿੱਚ ਹੱਥ ਆ ਕੇ ਗੁੱਟ ਜਿਹੜਾ ਟੁਕੜਾ ਹੱਥ ਹੋ ਗਿਆ। ਅਤੇ ਉਹਦੇ ਵਿੱਚ ਇਹ ਹੋਇਆ ਜੀ, ਜਿਹੜੇ ਮੇਰੇ ਮਾਤਾ ਜੀ ਸੀ ਉਹ ਵੀ ਮਤਲਬ ਵੀ ਬਹੁਤ ਬਿਮਾਰੀ ਦਾ ਸ਼ਿਕਾਰ ਰਹੇ ਆ। ਉਹ ਵੀ ਮਤਲਬ ਇੰਨੀ ਮਤਲਬ ਉਹਨਾਂ ਦੀ ਅੱਜ 2017 ਦੇ ਵਿੱਚ ਡੈਥ ਹੋ ਗਈ ਆ। ਬਹੁਤ ਜ਼ਿਆਦਾ ਜਾਣੀ ਕਿ ਉਹਨਾਂ 'ਤੇ ਖਰਚ ਲੱਗਿਆ ਵਾ। ਉਹ ਵੀ ਮੈਂ ਬੜੇ ਔਖੇ ਹੋ ਕੇ ਇੱਧਰੋਂ ਉੱਧਰੋਂ ਕਰਾ ਕੇ ਉਹਨਾਂ ਦੇ ਨਿਗਾਹ ਦੇ ਆਪਰੇਸ਼ਨ ਕਰਾਉਣੇ, ਔਰ ਉਹਨਾਂ ਦੀ ਹਰ ਬਿਮਾਰੀ ਦਾ ਇਲਾਜ ਕਰਾਉਣਾ। ਅਤੇ ਮਤਲਬ ਕਿ ਇਹ ਕੁਦਰਤ ਦੀ ਆ ਜੀ, ਕੀ ਕਰ ਸਕਦੇ ਹਾਂ, ਜੋ ਕਰਮਾਂ ਦਾ ਰੱਬ ਕਰਮਾਂ ਦਾ ਦਿੱਤਾ ਜੋ ਵੀ ਆ ਭਾਣਾ ਮੰਨ ਰਹੇ ਹਾਂ ਜੀ। ਸਾਡੇ ਜਿਹੜੇ ਫਾਦਰ ਸੀਗੇ ਮੇਰੇ, ਉਹ ਇੱਕ ਬਹੁਤ ਮਤਲਬ ਵਧੀਆ ਇੱਕ ਡਾਕਟਰ ਸੀਗੇ, ਜਿਹਦੇ ਵਿੱਚ ਉਹ ਮਤਲਬ ਇੱਕ ਹਕੀਮੀ ਨੂੰ ਲੈ ਕੇ ਵੀ ਬਹੁਤ ਮਤਲਬ ਹੈਗੇ ਸੀ। ਅਤੇ ਔਰ ਉਹਦੇ ਨਾਲ ਵੀ ਇੰਨਾ ਜ਼ਿਆਦਾ ਮਤਲਬ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਉਹਨਾਂ ਦਾ ਮਤਲਬ ਚਲੋ ਉਹਨਾਂ ਦੀ ਡੈਥ 'ਤੇ ਸਾਡੇ ਬਚਪਨ ਮਤਲਬ ਕਾਫੀ ਸੀਗੇ। ਮੈਂ ਕੋਈ ਉਮਰ ਹੋਏਗੀ ਕੋਈ 5-7 ਕੁ ਸਾਲ ਦੀ ਸੀ, ਮੈਨੂੰ ਸੰਭਾਲ ਸੀ ਉਹਨਾਂ ਦੀ। ਅਤੇ ਵੈਸੇ ਕਿ ਮੇਰੇ ਤਾਏ ਚਾਚੇ ਦੱਸਦੇ ਹੁੰਦੇ ਕਿ ਉਹ ਬਹੁਤ ਮਤਲਬ ਵੀ ਉਹਨਾਂ ਦਾ ਜਿਹੜਾ ਸੀ ਸੋਚਣ ਸ਼ਕਤੀ ਵੀ ਬਹੁਤ ਵਧੀਆ, ਜਿਹਨੂੰ ਵੀ ਦਵਾਈ ਦਿੰਦੇ ਕੁਝ ਵੀ ਕਰਦੇ ਸੀ ਵੀ ਵਧੀਆ ਸੀ। ਪਰ ਉਹਨਾਂ ਦੇ ਜਿਹੜੇ ਹਾਲਾਤ ਸੀ ਉਹ ਪੁੱਠੇ ਮਾੜੇ ਚੰਗੇ ਕੰਮਾਂ ਦੇ ਵਿੱਚ ਪੈ ਗਏ। ਜਿਸ ਤਰ੍ਹਾਂ ਜੀ ਉਹ ਆਮ ਛਿਲਿਆਂ ਦੇ ਚੱਕਰਾਂ ਦੇ ਵਿੱਚ ਪੈ ਗਏ, ਛਿਲੇ ਕੱਢਣ ਲੱਗ ਪਏ ਜੀ। ਦੂਸਰਾ ਜਨਾਨੀਆਂ ਦੇ ਪਿੱਛਿਆਂ ਦੇ ਚੱਕਰਾਂ ਦੇ ਵਿੱਚ ਪੈ ਗਏ, ਮੁੜ ਕੇ ਨਸ਼ਿਆਂ ਦੇ ਵਿੱਚ ਪੈ ਗਏ। ਉਹਨਾਂ ਦੀ ਮੁੜ ਕੇ ਡੈਥ ਹੋ ਗਈ। ਕੀ ਨਾਂ ਸੀ ਜਿਹੜੇ ਤੁਹਾਡੇ ਫਾਦਰ ਸਾਹਿਬ ਡਾਕਟਰ ਹੈ ਉਹਨਾਂ ਸਮੇਂ ਦੇ ਵਿੱਚ, ਉਹਨਾਂ ਦਾ ਨਾਂ ਕੀ ਸੀ, ਤੇ ਡਾਕਟਰ ਕਿਸ ਚੀਜ਼ ਦੇ ਰਹੇ? ਉਹਨਾਂ ਦਾ ਸੀਗਾ ਜੀ ਸਰਦਾਰ ਡਾਕਟਰ ਦਲਬੀਰ ਸਿੰਘ ਸੀਗੇ। ਅਤੇ ਉਹ ਯਾਨੀ ਕਿ ਜੋ ਪਿੰਡਾਂ ਦੇ ਵਿੱਚ ਆਪਣੇ ਡਾਕਟਰ ਹੁੰਦੇ ਆ, ਉਹਦੇ ਵਿੱਚ ਇੱਕ ਮੈਡੀਕਲ ਲਾਈਨ ਦੇ ਵਿੱਚ ਉਹਨਾਂ ਨੇ ਡਾਕਟਰੀ ਸੀ, ਬਹੁਤ ਵਧੀਆ ਸੀਗੀ। ਬਾਕੀ ਡਾਕਟਰੀ ਦੇ ਇਲਾਵਾ ਨਾਲ ਉਹ ਜਦੋਂ ਫਿਰ ਪੁੱਠਿਆਂ ਕੰਮਾਂ 'ਚ ਪੈ ਗਏ ਆ, ਉਹ ਤੋਂ ਬਾਅਦ ਜੀ ਮਤਲਬ ਕਿ ਉਹਨਾਂ ਦਾ ਨਸ਼ਿਆਂ 'ਚ ਪੈ ਗਏ ਆ। ਉਹਨਾਂ ਦਾ ਹੀ ਕੀਤਾ ਕਰਾਇਆ ਜਿਹੜਾ ਅਸੀਂ ਤੇ ਉਹ ਸੋਚਦੇ ਹਾਂ ਕਿ ਸਾਡੇ ਪਿਓ ਦਾ ਹੀ ਜੋ ਵੀ ਪੁੱਠੇ ਕੰਮ ਜਿਹੜੇ ਕਰਦੇ ਰਹੇ ਆ, ਉਹਦਾ ਹੀ ਸਾਨੂੰ ਗਾਂ ਦੇਣਾ ਭੁਗਤ ਰਹੇ ਹਾਂ ਜੀ। ਅਤੇ ਤੁਸੀਂ ਪੜ੍ਹਾਈ ਵੀ ਕੀਤੀ ਹੈ ਜੀ? ਹਾਂਜੀ, ਮੈਂ ਜੀ +2 ਕੀਤੀ ਆ, ਆਪਣੇ ਬਲ ਬੁਗਤੇ ਦੀ ਕੀਤੀ ਆ। ਉਹਦੇ ਵਿੱਚ ਕੋਈ ਸਰਕਾਰ ਦਾ ਸੰਯੋਗ ਨਹੀਂ ਮਿਲਿਆ, ਕੋਈ ਕਿਸੇ ਤਰ੍ਹਾਂ ਦਾ ਸੰਯੋਗ ਨਹੀਂ ਮਿਲਿਆ। ਔਰ ਇਹ ਬ੍ਰਦਰ ਇਹਨਾਂ ਦੇ ਮੈਟ੍ਰਿਕ ਕੀਤੀ ਆ, ਔਰ ਸਿਸਟਰ ਜਿਹੜੀ ਉਹ ਵਿਚਾਰੀ ਨਹੀਂ ਪੜ੍ਹ ਸਕੀ, ਉਹ ਜਾ ਨਹੀਂ ਸਕਦੀ ਇੱਧਰ ਉੱਧਰ, ਉਹ 5 ਕਲਾਸ ਪੜ੍ਹੀ ਆ। ਜਿਵੇਂ ਹੁਣ ਤੁਹਾਡੇ ਹਾਲਾਤ ਕਿ ਆਰਥਿਕ ਹਾਲਤ ਬਹੁਤ ਮੰਦੀ ਚੱਲ ਰਹੀ, ਉੱਪਰੋਂ ਲਾਕਡਾਊਨ ਨੇ ਜਿਹੜਾ ਸਰਕਾਰ ਨੇ ਫਿਰ ਦੁਬਾਰਾ ਲਾ ਦਿੱਤਾ, ਹਾਂਜੀ, ਅਤੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ? ਹਾਂਜੀ, ਆਰਥਿਕ ਹਾਲਤ ਤਾਂ ਇੱਦਾਂ ਜੀ ਬਹੁਤ ਮਾੜੀ ਚੱਲ ਰਹੀ ਹੈਗੀ ਆ। ਇਸ ਤਰ੍ਹਾਂ ਜੀ ਕੁਝ ਥੋੜ੍ਹੀ ਇੱਕ ਜ਼ਮੀਨ ਹੈਗੀ ਆ, ਉਹਦੇ ਵਿੱਚ ਕੋਈ ਠੇਕਾ ਵਗੈਰਾ ਆ ਜਾਂਦਾ ਹੈਗਾ ਜੀ, ਉਹਦਾ ਲੈ ਕਰਦੇ ਆ ਕੁਝ। ਚਲੋ ਇਹਨਾਂ ਦੇ ਕੁਝ ਪੈਨਸ਼ਨ ਵਗੈਰਾ ਆ ਜਾਂਦੇ ਆ,
ਕੁਝ ਸੰਸਥਾ ਵਗੈਰਾ ਆਪਣੀ ਥੋੜ੍ਹੀ ਬਹੁਤ ਹੀ ਸਪੋਰਟ ਕਰ ਦਿੰਦੀਆਂ ਹੈਗੀਆਂ ਵਾ, ਜਿਵੇਂ ਗੁਰਪ੍ਰੀਤ ਸਿੰਘ ਬ੍ਰਦਰ ਆ, ਇਹਨਾਂ ਨੂੰ ਮਤਲਬ SPS ਉਬਰਾਏ ਵੱਲੋਂ ਕੁਝ ਸੌਦਾ ਪੱਤਾ ਵਗੈਰਾ ਮਿਲ ਜਾਂਦਾ ਵਾ। ਇਸ ਤਰੀਕੇ ਦੇ ਨਾਲ ਚਲੋ ਥੋੜ੍ਹੇ ਬਹੁਤਾ ਕੁਝ ਚਲੋ ਮੈਂ ਵੀ ਆਪਣਾ ਇੱਧਰ ਬਾਹਰ ਅੰਦਰ ਆਪਣਾ ਹੱਥ ਪੱਲਾ ਕਰਕੇ ਤੇ ਜਿਹੜਾ ਟਾਈਮ ਪਾਸ ਕਰ ਰਹੇ ਹੈਗੇ ਆ। ਤੇ ਜਿਹੜੇ ਤੁਹਾਡੇ ਭੂਆ ਜੀ ਤੁਹਾਡੇ ਨਾਲ ਰਹਿ ਰਹੇ ਨੇ, ਇਹ ਕਿੰਨੇ ਚਿਰ ਤੋਂ ਰਹਿ ਰਹੇ ਨੇ? ਇਹ ਜੀ ਮੇਰੀ ਉਮਰ 28-29 ਸਾਲ ਹੋ ਗਈ ਆ। ਮੇਰੇ ਮਤਲਬ ਜਨਮ ਹੋਣ ਤੋਂ ਪਹਿਲਾਂ ਦੀ ਇੱਥੇ ਰਹਿ ਰਹੇ ਆ ਜੀ। ਇਹਨਾਂ ਦੀ ਜਾਣੀ ਕਿ ਇਹਨਾਂ ਦੀ ਮਤਲਬ ਮੈਰਿਜ ਹੋਈ ਸੀ ਪਿੰਡ ਠੱਠੀਆਂ, ਤੇ ਉੱਥੇ ਮਤਲਬ ਇਹਨਾਂ ਦੇ ਸ਼ੁਰੂ ਦੇ ਵਿੱਚ ਹੀ ਇਹਨਾਂ ਦਾ ਇੱਕ ਲੜਕਾ ਵਾ ਜੀ, ਜਿਹਦਾ ਨਾਮ ਹੈਗਾ ਵਾ ਆਪਣਾ ਕੁਲਦੀਪ ਸਿੰਘ ਕੀਪਾ ਕਹਿੰਦੇ ਆ ਜੀ। ਉਹਦੇ ਕੋਲੇ 8-9.5 ਕਿੱਲੇ ਜ਼ਮੀਨ ਵੀ ਆ ਜੀ। ਔਰ ਇਹਨਾਂ ਦਾ ਇੱਕ ਭੂਆ ਜੀ ਦਾ ਪੋਤਰਾ ਵਾ, ਉਹ ਕਨੇਡਾ ਦੇ ਵਿੱਚ ਪੱਕਾ ਵਾ, ਔਰ ਇਹਨਾਂ ਦੀ ਪੋਤਰੀ ਵੀ ਕਨੇਡਾ ਦੇ ਵਿੱਚ ਪੱਕੀ ਆ। ਬਾਕੀ ਜਿਉਂ ਮੈਂ ਇੰਨੀ ਸੁਰਤ ਦੇ ਵਿੱਚ ਇਹਨਾਂ ਨੂੰ ਨਾ, ਇਹਨਾਂ ਦੀ ਜਿਹੜੀ ਨੌਂ ਸੀ ਉਹ ਕੁੱਟਦੀ ਮਾਰਦੀ ਹੁੰਦੀ ਸੀ। ਇਹ ਪੈਨਸ਼ਨ ਵਗੈਰਾ ਇਹਨਾਂ ਨੂੰ ਮਿਲਦੀ ਸੀ, ਕੋਈ ਮਤਲਬ ਪੈਸਿਆਂ ਦਾ ਝਗੜਾ ਸੀਗਾ, ਇਹਨੂੰ ਉਹਨਾਂ ਨੇ ਕੁੱਟਣਾ, ਫਿਰ ਇੱਥੇ ਛੱਡ ਜਾਣਾ, ਲੈ ਜਾਣਾ, ਛੱਡ ਜਾਣਾ। ਮੁੜ ਕੇ ਕੀ ਹੋਇਆ ਕਿ ਬਾਅਦ ਦੇ ਵਿੱਚ ਇਹਨਾਂ ਨੇ, ਸਾਡੇ ਪਰਿਵਾਰ ਨੇ ਕਿਹਾ ਕਿ ਇਹ ਵਿਚਾਰੀ ਇਸ ਤਰ੍ਹਾਂ ਦੀ ਹੈਗੀ ਆ, ਇਹਨੂੰ ਅਸੀਂ ਮਤਲਬ ਹੁਣ ਉੱਥੇ ਨਹੀਂ ਭੇਜਣਾ। ਔਰ ਇਹਨੂੰ ਘੱਟੋ ਘੱਟ ਵੀ 40 ਤੋਂ 45 ਸਾਲ ਹੋ ਗਏ ਆ, ਇਹ ਇੱਥੇ ਹੀ ਰਹਿ ਰਹੀ ਆ। ਔਰ ਉਸ ਤੋਂ ਇਲਾਵਾ ਮੁੜ ਕੇ ਚਲੋ ਸਾਡੇ ਨਾਲ ਰਹਿ ਰਹੀ ਆ। ਇਹਦਾ ਹੁਣ ਜਦੋਂ ਜਿੰਨਾ ਵੀ ਮਤਲਬ ਦੇਖ ਰੇਖ ਆ ਉਹ ਸਾਰੀ ਮੈਂ ਹੀ ਕਰ ਰਿਹਾ ਜੀ। ਤੇ ਜਿਹੜਾ ਕੁਲਦੀਪ ਸਿੰਘ ਆ, ਜਿਹਦੇ 8-9 ਕਿੱਲੇ ਪੈਲੀ ਆ, ਉਹਨੇ ਕਦੀ ਬਾਤ ਨਹੀਂ ਪੁੱਛੀ ਆਪਣੀ ਮਾਂ ਦੀ, ਜਿਹੜੀ ਮਾਂ ਨੇ ਇਹਨੂੰ ਪਾਲਿਆ ਪੋਸਿਆ, ਵੱਡਾ ਕੀਤਾ, ਪੜ੍ਹਾਇਆ ਲਿਖਾਇਆ ਤੇ ਜਿਹੜਾ ਇਸ ਮਕਾਮ ਤੱਕ ਪਹੁੰਚਾਇਆ? ਨਾ ਜੀ, ਉਹਨੇ ਤੇ ਇਹਨੂੰ ਕਦੀ ਵੀ ਆਣ ਕੇ ਕੋਈ ਇਹਦਾ ਫੋਨ ਤੱਕ ਵੀ ਨਹੀਂ ਕੀਤਾ ਵੀ ਸਾਡੀ ਮਾਤਾ ਹੈਗੀ ਆ ਚਾਹੇ ਨਹੀਂ ਹੈਗੀ। ਨਾ ਇਹਨੂੰ ਕਦੀ ਇਹਨੇ ਫੋਨ ਕੀਤਾ, ਨਾ ਕਦੀ ਮਿਲਣ ਆਇਆ। ਹਾਂ, ਇਹਦਾ ਪੁੱਤਰ ਇੱਕ ਕਹਿੰਦਾ ਸੀ ਕਿ ਮੈਂ ਦਾਦੀ ਨੂੰ ਮਿਲਣਾ ਵਾ, ਮੈਂ ਦਾਦੀ ਨੂੰ ਮਿਲਣਾ ਚਾਹੁੰਦਾ ਵਾਂ, ਪਰ ਉਹ ਵੀ ਇੱਕ ਵਾਰੀ ਸਾਨੂੰ ਫੋਨ ਫਾਨ ਕਰਕੇ ਤੇ ਮੁੜ ਕੇ ਬਾਅਦ ਦੇ ਵਿੱਚ ਨਹੀਂ ਆਇਆ। ਇਹਦੇ ਵੱਲ ਨਹੀਂ ਦੇਖ ਰਿਹਾ ਕੋਈ, ਮਤਲਬ ਉਹਨਾਂ ਨੇ ਜਿਉਂ ਇਹਨੂੰ ਘਰੋਂ ਕੱਢਿਆ ਵਾ ਉਦੋਂ ਬਾਅਦ ਮਤਲਬ ਕਿਸੇ ਨੇ ਪਿੱਛੇ ਨਹੀਂ ਇਹਦੇ ਵੱਲ ਨਹੀਂ ਦੇਖਿਆ। ਤੇ ਹੁਣ ਕੁਲਦੀਪ ਸਿੰਘ ਆ ਜਿਹੜਾ, ਉਹ ਕਿੱਥੇ ਆ ਤੇ ਕੀ ਕੰਮ ਕਰਦੇ ਨੇ? ਉਹ ਜੀ ਇਸ ਟਾਈਮ ਤੇ ਪਿੰਡ ਠੱਠੀਆਂ ਵਾ ਜੀ, ਤੇ ਖੇਤੀਬਾੜੀ ਦਾ ਕੰਮ ਕਰਦਾ ਵਾ। ਉਹਦਾ ਲੜਕਾ ਵੀ ਮੈਂ ਅੱਗੇ ਵੀ ਦੱਸ ਚੁੱਕਿਆ ਕਿ ਬਾਹਰ ਦੀ ਕੰਟਰੀ ਦੇ ਵਿੱਚ ਮਤਲਬ ਪੱਕਾ ਵਾ, ਔਰ ਲੜਕੀ ਵੀ ਉੱਧਰ ਆ, ਬਹੁਤ ਵਧੀਆ ਉਹਦਾ ਗੁਜ਼ਾਰਾ ਵਾ। ਤੇ ਬਾਹਰ ਇਹਦੇ ਵੱਲ ਆਪਣੀ ਮਾਤਾ ਵਾ, ਇਹਦੀ ਮਾਂ ਵਾ। ਹਾਂਜੀ, ਸਰਪੰਚ ਪਿੰਡ ਦੀ ਸਰਪੰਚ ਅਕਾਲੀ ਦਲ ਦੇ ਟਾਈਮ ਤੇ ਅਕਾਲੀ ਸਰਕਾਰ ਦੇ ਵਿੱਚ ਉਹ ਇਸ ਟਾਈਮ ਸਾਬਕਾ ਸਰਪੰਚ ਰਿਹਾ ਵਾ। ਅਕਾਲੀ ਦਲ ਦੇ ਟਾਈਮ ਤੇ ਉਹ 5 ਸਾਲ ਸਰਪੰਚੀ ਵੀ ਕਰਕੇ ਗਿਆ ਜੀ। ਮਤਲਬ ਉਹ ਅਕਾਲੀ ਟਾਈਮ ਦੇ ਵਿੱਚ ਉਹਨਾਂ ਨੇ ਸਰਪੰਚੀ ਵੀ ਕੀਤੀ ਆ। ਤੇ ਇਹ ਇੱਕ ਸਰਪੰਚ ਦੇ ਮਾਤਾ ਨੇ ਜਿਹੜਾ ਇਸ ਟਾਈਮ ਇਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਕਰ ਰਹੇ ਆ। ਬਿਲਕੁਲ ਸਹੀ ਗੱਲ ਹੈ ਜੀ। ਤੇ ਜਾਂ ਸਰਕਾਰ ਤਾਂ ਕਹਿ ਰਹੀ ਆ ਕਿ ਹਾਂ ਵੀ ਗਰੀਬਾਂ ਦੀ ਮਦਦ ਕਰੋ, ਤੇ ਸਰਕਾਰ ਕਹਿ ਰਹੀ ਆ ਕਿ ਜਿਹੜਾ ਵੀ ਆ ਕਿ ਲੋੜਵੰਦਾਂ ਦੀ ਸਹਾਇਤਾ ਕੀਤੀ ਜਾਵੇ। ਲਾਕਡਾਊਨ ਦੌਰਾਨ ਤਾਂ ਬਹੁਤ ਜਿਹੜੇ ਸਮਾਜ ਸੇਵੀ ਆ ਜਿਨ੍ਹਾਂ ਨੇ ਆ ਕੇ ਜਿਹੜਾ ਅਗਾਂਹ ਵੱਧ ਹੋ ਕੇ ਜਿਹੜੀਆਂ ਸੇਵਾਵਾਂ ਕੀਤੀਆਂ, ਪਰ ਜਿਹੜੀ ਇਹ ਮਾਂ ਵਾ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਰਪੰਚ ਦੀ ਮਾਤਾ ਹੈ, ਜਿਹੜੀ ਇਸ ਟਾਈਮ ਦੁੱਖ ਭਰੀ ਤੇ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੀ ਹੈ। ਬਿਲਕੁਲ ਜੀ, ਸਹੀ ਗੱਲ ਹੈ ਜੀ। ਤੇ ਜਿਹੜਾ ਪ੍ਰਸ਼ਾਸਨ ਇਹਦੇ ਪ੍ਰਤੀ ਜਿਹੜੀ ਪ੍ਰਸ਼ਾਸਨ ਨੂੰ ਕੋਈ ਉਮੀਦ ਜਾਂ ਮੰਗ ਲਾਈ ਹੈ ਜੀ? ਨਹੀਂ, ਅਸੀਂ ਤੇ ਮੰਗ ਇਹ ਕਰਦੇ ਹਾਂ ਕਿ ਚਲੋ ਜੋ ਵੀ ਮਤਲਬ ਇਹ ਜਿਸ ਤਰੀਕੇ ਦੇ ਕਾਨੂੰਨੀ ਇਹਦੇ ਲੜਕਾ ਵਾ ਉਹਦੇ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ, ਕਿਉਂਕਿ ਉਹਦਾ ਇੱਕ ਫਰਜ਼ ਬਣਦਾ ਵਾ, ਇੱਕ ਉਹਦਾ ਹੱਕ ਬਣਦਾ ਵਾ ਕਿ ਮੈਂ ਹੁਣ ਜਿਸ ਤਰ੍ਹਾਂ ਮੇਰੀ ਆਪਣੀ ਮਾਤਾ ਸੀ, ਹੁਣ ਮੈਂ ਇੰਨੀ ਆਰਥਿਕ ਹਾਲਤ ਦੇ ਵਿੱਚ ਹੋ ਕੇ ਵੀ ਮੈਂ ਜਿੰਨੀ ਵੀ ਮੇਰੇ ਤੋਂ ਮਤਲਬ ਮੈਂ ਮਿਹਨਤ ਕਰ ਸਕਿਆ ਉਹਦੇ 'ਤੇ ਕੀਤੀ ਆ, ਜਿੰਨੀ ਵੀ ਔਖੀ ਤੋਂ ਔਖੀ ਘੜੀ ਦੇ ਵਿੱਚ ਉਹਨਾਂ 'ਤੇ ਮੈਂ ਜਿੰਨਾ ਵੀ ਖਰਚ ਪੈਸਾ ਕੀਤਾ ਵਾ। ਬਾਕੀ ਨਹੀਂ, ਅਸੀਂ ਤਾਂ ਇਹੋ ਮੰਗ ਕਰਦੇ ਹਾਂ ਵੀ ਇਹ ਜਿਉਂ ਸ਼ੁਰੂ ਤੋਂ ਲੈ ਕੇ ਹੁਣ ਇਹਦਾ ਜੇ ਹਿਸਾਬ ਕਰੀਏ ਤਾਂ ਉੱਥੇ ਮਤਲਬ ਇਹ ਜਾਇਦਾਦ ਦੀ ਹੱਕਦਾਰ ਵੀ ਬਣਦੀ ਹੈ ਜੀ। ਇਹਦਾ ਜਿਹੜਾ ਵੀ ਜੋ ਵੀ ਇਹਨੂੰ ਹੱਕ ਹੈ ਇਹਨੂੰ ਮਿਲਣਾ ਚਾਹੀਦਾ ਜੀ। ਤੁਸੀਂ ਕਦੀ ਜਿਹੜਾ ਇਹਨਾਂ ਦੇ ਪਰਿਵਾਰ ਦੇ ਨਾਲ ਜਿਹੜਾ ਹੈ ਨਾ ਕੁਲਦੀਪ ਸਿੰਘ ਸਾਬਕਾ ਸਰਪੰਚ ਸ਼੍ਰੋਮਣੀ ਅਕਾਲੀ ਦਲ ਠੱਠੀਆਂ ਮਾਨਤਾ ਦੇ, ਕਦੀ ਉਹਨਾਂ ਨਾਲ ਫੋਨ ਤੇ ਰਾਬਤਾ ਕਾਇਮ ਨਹੀਂ ਕੀਤਾ ਕਿ ਤੁਹਾਡੇ ਮਾਤਾ ਜੀ ਇੱਥੇ ਕਿਹੜੇ ਹਾਲਾਤਾਂ ਦੇ ਵਿੱਚ ਗੁਜ਼ਰ ਰਹੇ ਆ ਤੇ ਕਿੱਦਾਂ ਉਹਨਾਂ ਦੀ ਜਿਹੜੀ ਬਾਂਹ ਉਹਨਾਂ ਨੇ ਗਲ ਦੇ ਵਿੱਚ ਪਾ ਕੇ ਜਿਹੜਾ ਉਹ ਕਿਵੇਂ ਜ਼ਿੰਦਗੀ ਜਿਹੜੀ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਆ, ਕਿੱਦਾਂ ਉਹਨੂੰ ਸੁੱਟਿਆ ਹੋਇਆ ਜੀ?
ਨਹੀਂ ਸਾਹਿਬ ਜੀ, ਮੈਂ ਤੇ ਇੱਦਾਂ ਜੀ ਉਹਨਾਂ ਨੂੰ ਮਤਲਬ ਉਹਨਾਂ ਦੀ ਇੱਕ ਦੋ ਵਾਰੀ ਸ਼ਕਲ ਦੇਖੀ ਆ ਫੋਨ ਤੇ ਮਤਲਬ ਸਾਡੇ ਕੋਲ ਉਹਦਾ ਕੰਟੈਕਟ ਨੰਬਰ ਹੀ ਨਹੀਂ ਹੈਗਾ। ਤੇ ਇਹ ਹੈਗਾ ਹੈ ਕਿ ਚਲੋ ਅਸੀਂ ਜਦੋਂ ਨਿੱਕੇ ਨਿੱਕੇ ਹੁੰਦੇ ਸੀਗੇ ਉਦੋਂ ਇੱਕ ਦੋ ਵਾਰੀ ਮਤਲਬ ਇਹਨਾਂ ਦੀ ਜਿਹੜੀ ਨੌਂ ਸੀਗੀ ਉਹ ਆਈ ਗਈ ਸੀ ਇੱਕ ਦੋ ਵਾਰੀ। ਉਦੋਂ ਬਾਅਦ ਉਹਨਾਂ ਨੇ ਨਾ ਕੋਈ ਫੋਨ ਤੇ ਕਾਲ ਕਰਦੇ ਆ ਨਾ ਕੋਈ ਗੱਲ ਕਰਦੇ ਆ ਜੀ। ਉਹ ਤੇ ਬਸ ਆਪਣੇ ਮਤੇ ਦੇ ਵਿੱਚ ਹੀ ਉਹਨਾਂ ਨੂੰ ਬਸ ਇਹ ਹੀ ਕਿ ਉਹਨਾਂ ਦਾ ਜਿਹੜੇ ਉਹ ਕੁਲਦੀਪ ਸਿੰਘ ਦਾ ਜਿਹੜਾ ਫਾਦਰ ਸੀਗਾ ਉਹਨਾਂ ਦਾ ਇਹੋ ਜਿਹਾ ਹਾਲਾਤ ਸੀਗੇ ਕਿ ਉਹਨਾਂ ਦਾ ਕੋਈ ਘਰ ਨਹੀਂ ਸੀ ਬਣਦਾ ਸੀਗਾ ਜੀ। ਯਾਨੀ ਕਿ ਉਹਨਾਂ ਦੇ ਤਿੰਨ ਜਿਹੜੇ ਫਾਦਰ ਸੀ ਉਹ ਤਿੰਨ ਭਰਾ ਸੀਗੇ, ਤਿੰਨੇ ਜਾਣੇ ਹੀ ਸ਼ਰਾਬ ਦੇ ਪਿਆਕਲ ਸੀ। ਉਹਨਾਂ ਦਾ ਯਾਨੀ ਕਿ ਕੋਈ ਵੀ ਘਰ ਮੰਨਦਾ ਕਿ ਉਹਨਾਂ ਦਾ ਮਤਲਬ ਇੱਥੋਂ ਤੱਕ ਹੀ ਕਿ ਉਹਨਾਂ ਨੂੰ ਕੋਈ ਰਿਸ਼ਤਾ ਹੀ ਨਹੀਂ ਕਰਾ ਰਿਹਾ। ਉਹਦੇ ਵਿੱਚ ਕੀ ਹੋਇਆ ਕਿ ਜਿਹੜੇ ਮੇਰੇ ਡੈਡੀ ਜੀ ਉਹਨਾਂ ਦੇ ਭੂਆ ਜੀ ਸੀ ਇੱਕ ਉੱਥੇ ਹੀ ਠੱਠੀਆਂ ਦੇ ਵਿੱਚ ਹੀ ਗੁਰੂ ਜਿਨ ਉਹਨਾਂ ਦੀ ਵੀ ਡੈਥ ਹੋ ਚੁੱਕੀ। ਯਾਨੀ ਕਿ ਸਾਡੀ ਭੂਆ ਜੀ ਜਿਨ੍ਹਾਂ ਨੇ ਇਹਦਾ ਰਿਸ਼ਤਾ ਖੜਿਆ। ਚਲੋ ਇਹਦਾ ਰਿਸ਼ਤਾ ਖੜ ਕੇ ਤੇ ਇਹਦੇ ਘਰੇ ਰੱਬ ਨੇ ਇਹਨੂੰ ਪੁੱਤ ਦੀ ਦਾਤ ਬਖਸ਼ੀ। ਜਿਸ ਤਰ੍ਹਾਂ ਦੇ ਇਹਦੇ ਹਾਲਾਤ ਸੀ ਉਹਦੇ ਵਿੱਚ ਚਲੋ ਉਹਨੂੰ ਇਹਨੇ ਪਾਲਿਆ, ਉਹਨੂੰ ਵਿਆਹਿਆ। ਉਹ ਤੋਂ ਬਾਅਦ ਦੇਖੋ ਜੀ ਜਦੋਂ ਉਹਦੀ ਮਤਲਬ ਨਹੁੰ ਆ ਗਈ ਆ ਤੇ ਉਦੋਂ ਇਹਨੂੰ ਘਰੋਂ ਕੱਢ ਦਿੱਤਾ ਗਿਆ। ਮਤਲਬ ਨਹੁੰ ਜਿਹੜੀ ਇਹਦੇ ਨਾਲ ਕਿੱਦਾਂ ਦਾ ਜਿਹੜਾ ਵਰਤੇਵਾਂ ਕਰਦੀ ਰਹੀ ਹੈ ਜੀ ਨਹੁੰ ਇਹਨਾਂ ਦੀ? ਨਹੁੰ ਇਹਦੇ ਨਾਲ ਵਰਤੇਵਾਂ ਇੱਦਾਂ ਕਰਦੀ ਸੀ ਜੀ, ਜੋ ਵੀ ਆ ਵੀ ਇਹਨੂੰ ਵਿਚਾਰੀ ਨੂੰ ਹੁਣ ਨਾ ਤੇ ਬੋਲ ਸਕਦੀ ਸੀ ਤੇ ਨਾ ਮਤਲਬ ਇਹਨੂੰ ਸਮਝੀ ਆ ਵੀ ਮੈਂ ਕੀ ਕਰਨਾ ਵਾ ਚਾਹੇ ਕਿੱਦਾਂ ਵਾ। ਫਿਰ ਇਹ ਜੀ ਇਹਨੂੰ ਉਹ ਨਹੁੰ ਜਿਹੜੀ ਆ ਮਤਲਬ ਕੁੱਟਦੀ ਸੀ, ਮਾਰਦੀ ਸੀ। ਇਹਨੂੰ 2 ਵਾਰੀ 3 ਵਾਰੀ ਕੁੱਟਿਆ। ਅਸੀਂ ਕਿਹਾ ਕਿ ਚਲੋ ਸਾਡੇ ਫਾਦਰ ਸਾਹਿਬ ਨਾਲ ਇਹਨਾਂ ਨੇ ਮਤਲਬ ਬੜੀ ਕੋਸ਼ਿਸ਼ ਕੀਤੀ ਆ ਵੀ ਚਲੋ ਵੀ ਮਹਾਂ ਤੁਹਾਡਾ ਘਰ ਬਣਿਆ ਵਾ, ਵਸਿਆ ਵਾ, ਤੁਹਾਡਾ ਬੱਚੇ ਆ, ਤੁਸੀਂ ਆਪਣਾ ਗਾਂ ਇਹਨਾਂ ਨੂੰ। ਪਰ ਜ਼ਿਆਦਾਤਰ ਨੌਂ ਦੇ ਪਿੱਛੇ ਲੱਗ ਕੇ ਮੁੰਡੇ ਨੇ ਵੀ ਇਹਦੀ ਬਾਤ ਨਹੀਂ ਪੁੱਛੀ। ਮਤਲਬ ਨੌਂ ਦੇ ਕਹਿਣ ਤੇ ਜਿਹੜਾ ਇਹਦਾ ਜਿਹੜਾ ਲੜਕਾ ਵਾ ਉਹਨੇ ਵੀ ਇਹਦੀ ਬਾਤ ਨਹੀਂ ਪੁੱਛੀ ਆਪਣੀ ਘਰ ਵਾਲੀ ਦੇ ਪਿੱਛੇ ਲੱਗ ਕੇ। ਤੇ ਇਹ ਸ਼ੁਰੂ ਤੋਂ ਜਿਹੜਾ ਇਹਨਾਂ ਨੂੰ ਕੰਨਾਂ ਤੋਂ ਸੁਣਦਾ ਨਹੀਂ ਹੈ ਜਾਂ ਬੋਲ ਨਹੀਂ ਸਕਦੀ? ਹਾਂਜੀ, ਇਹ ਤੇ ਜੀ ਇਹਨਾਂ ਦਾ ਬਚਪਨ ਤੋਂ ਹੀ ਇਦਾਂ ਹੀ ਮਤਲਬ ਸ਼ੁਰੂ ਤੋਂ ਹੀ ਇਹਨਾਂ ਦਾ ਮਤਲਬ ਨਾ ਬੋਲਿਆ ਜਾਂਦਾ ਤੇ ਨਾ ਇਹਨਾਂ ਨੂੰ ਸੁਣਦਾ ਹੀ ਹੈ। ਤੇ ਪਰਿਵਾਰ ਦੇ ਉੱਤੇ ਰੱਬ ਦੀ ਐਸੀ ਜਿਹੜੀ ਆ ਮਾਰ ਕਿਉਂ ਪਈ ਹੈ? ਪਹਿਲਾਂ ਜਿਹੜੀ ਭੂਆ ਉਹ ਨਾ ਬੋਲ ਸਕਦੀ ਆ ਤੇ ਨਾ ਸੁਣ ਸਕਦੀ, ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਪੋਤਰਾ ਹਾਂਜੀ ਉਹ ਅੰਗਹੀਣ, ਠੀਕ ਆ, ਮਤਲਬ ਹੈਂਡੀਕੈਪਟ, ਉਹ ਤੁਰ ਨਹੀਂ ਸਕਦਾ, ਹਾਂਜੀ ਠੀਕ ਆ। ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਪੋਤਰੀ ਆ, ਠੀਕ, ਉਹ ਵੀ ਆ ਤੁਰ ਨਹੀਂ ਸਕਦੀ, ਹੈਂਡੀਕੈਪਟ। ਤੇ ਉਸ ਤੋਂ ਬਾਅਦ ਰੱਬ ਨੇ ਫਿਰ ਐਸੀ ਮਾਰ ਪਾਈ ਹੈ ਕਿ ਜਿਹੜਾ ਇੱਕ ਮੈਂਬਰ ਸੀ ਸਹੀ ਸਲਾਮਤ ਸੀ, ਉਹਦਾ ਵੀ ਅਚਾਨਕ ਟੋਕੇ ਦੇ ਵਿੱਚ ਆਉਣ ਦੇ ਨਾਲ ਹੱਥ ਕੱਟਿਆ। ਹਾਂਜੀ, ਇਹ ਤੇ ਜੀ ਅਸੀਂ ਹੁਣ ਮਤਲਬ ਕੁਦਰਤ ਦਾ ਭਾਣਾ ਮੰਨਦੇ ਹਾਂ ਵੀ ਚਲੋ ਜੋ ਵੀ ਰੱਬ ਦਾ ਭਾਣਾ ਵਾ ਜੀ। ਜੇ ਮਤਲਬ ਕੀ ਕਰ ਸਕਦੇ ਹਾਂ ਕਿ ਚਲੋ ਅਸੀਂ ਤਾਂ ਦੇਖਦੇ ਹਾਂ ਕਿ ਜਿਹਦੇ ਵਿੱਚ ਇੱਕ ਮੈਂ ਸੀ ਬਿਲਕੁਲ ਸਹੀ ਸਲਾਮਤ ਸੀ ਔਰ ਮੇਰੀ ਇੱਕ ਭੈਣ ਸੀ ਕਿ ਉਹਨਾਂ ਦੀ ਧਾਰੀਵਾਲ ਮੈਰਿਜ ਹੋਈ ਆ। ਮਤਲਬ ਉਹਨਾਂ ਦੇ 2 ਬੱਚੇ, ਅਸੀਂ 4 ਭੈਣ ਭਰਾ ਸੀਗੇ, 2 ਭੈਣਾਂ 2 ਭਰਾ, ਜਿਹਦੇ ਵਿੱਚੋਂ ਅਸੀਂ 2 ਭੈਣ ਭਰਾ ਸਹੀ ਸੀਗੇ ਤੇ 2 ਭੈਣ ਭਰਾ ਜਿਹੜੇ ਵੀ ਇਸ ਤਰ੍ਹਾਂ ਸ਼ੁਰੂ ਤੋਂ ਹੀ ਹੈਂਡੀਕੈਪ ਸੀ। ਉਹਦੇ ਵਿੱਚ ਚਲੋ 2007 ਦੇ ਵਿੱਚ ਮੇਰੇ ਨਾਲ ਵੀ ਇਹ ਭਾਣਾ ਬੀਤ ਗਿਆ ਔਰ ਭੂਆ ਜੀ ਵਿਚਾਰੇ ਪਹਿਲਾਂ ਹੀ ਇੱਦਾਂ ਹੀ ਕੀ ਕਰ ਸਕਦੇ ਹਾਂ ਸਰ ਜੀ। ਹੁਣ ਜੋ ਵੀ ਮਤਲਬ ਰੱਬ ਦਾ ਭਾਣਾ ਅਸੀਂ ਤੇ ਮੰਨਦੇ ਹਾਂ ਵੀ ਜੋ ਵੀ ਹੈਗਾ ਸਾਡੇ ਨਾਲ ਰੱਬ ਦਾ ਕੀਤਾ ਹੋਇਆ ਵਾ। ਤੇ ਜੇ ਪਿੰਡ ਦੇ ਸਰਪੰਚ ਵੱਲੋਂ ਜਾਂ ਹੋਰ ਕਿਸੇ ਸੇਵਾ ਸੰਸਥਾ ਵੱਲੋਂ ਤੁਹਾਡੇ ਪਰਿਵਾਰ ਦੀ ਬਾਂਹ ਫੜੀ ਗਈ ਹੈ ਅਜੇ ਤੱਕ ਕਿ ਨਹੀਂ? ਅਜੇ ਤੱਕ ਸਰ ਕੋਈ ਜੇ ਗੱਲ ਕੀਤੀ ਜਾਵੇ ਕਿ ਸ਼੍ਰੋਮਣੀ ਅਕਾਲੀ ਦਲ ਆ, ਮੈਂ ਦੇਸ਼ ਪ੍ਰਤਾਪ ਕੈਰੋਂ ਜੀ ਸਾਹਿਬ ਦੇ ਗਾੜੀ ਬਹੁਤ ਜ਼ਿਆਦਾ ਮਤਲਬ ਗੁਜ਼ਾਰਿਸ਼ ਕਰਦੇ ਰਹੇ, ਬਹੁਤ ਜ਼ਿਆਦਾ ਉਹਨਾਂ ਨੂੰ ਜੋ ਆਪਣੇ ਪੱਟੀ ਹਲਕੇ ਦੇ ਕੈਬਨਿਟ ਮੰਤਰੀ ਰਹਿ ਚੁੱਕੇ ਹੈ, ਉਹਨਾਂ ਨੇ ਵੀ ਸਾਡੀ ਕੋਈ ਬਾਂਹ ਨਹੀਂ ਫੜੀ ਅਜੇ ਤੱਕ। ਨਾ ਕੋਈ ਨੌਕਰੀ ਸੀਗੀ, ਨਾ ਕੋਈ ਸਾਨੂੰ ਕਿਸੇ ਤਰ੍ਹਾਂ ਦੀ ਸਹੂਲਤ ਮਿਲੀ ਹੈ, ਨਾ ਕੋਈ ਮੈਡੀਕਲ ਸਹਾਇਤਾ ਮਿਲੀ ਹੈ ਜੀ। ਔਰ ਉਸ ਤੋਂ ਇਲਾਵਾ ਫਿਰ ਕੋਈ ਪਿੰਡ ਮੰਤਰੀ ਸਾਹਿਬ ਨੇ ਨਹੀਂ ਬਾਂਹ ਫੜੀ ਤੇ ਸਰਪੰਚਾਂ ਦਾ ਤੇ ਸਾਰਾ ਆਪਾਂ ਕੀ ਗੱਲ ਕਰਨੀ ਹੈ। ਤੇ ਜਿਵੇਂ ਹੁਣ ਤੁਸੀਂ ਉਸ ਟਾਈਮ ਅਕਾਲੀ ਜਿਹੜੀ ਸਰਕਾਰ ਨੂੰ ਮਦਦ ਦੀ ਗੁਹਾਰ ਲਾਈ ਸੀ, ਪਰ ਹੁਣ ਟਾਈਮ ਜਿਹੜੀ ਆ ਕਾਂਗਰਸ ਸਰਕਾਰ ਦਾ, ਤੇ ਕਾਂਗਰਸ ਸਰਕਾਰ ਅੱਗੇ ਤੁਸੀਂ ਜਾ ਕੇ ਪੱਲਾ ਨਹੀਂ ਅੱਡਿਆ? ਸਰ ਇਹਦੇ ਵਿੱਚ ਜਿਸ ਤਰ੍ਹਾਂ ਮੰਨ ਕੇ ਚੱਲਦੇ ਹਾਂ ਕਿ ਹੁਣ ਸਾਡੇ ਪਿੰਡ ਦੀ ਪੰਚਾਇਤ ਆ, ਜਿਹਦੇ ਵਿੱਚ ਹੁਣ ਪਿੰਡ ਨੂੰ ਪਤਾ ਵਾ, ਸਰਪੰਚ ਸਾਹਿਬ ਨੂੰ ਵੀ ਪਤਾ ਵਾ ਵੀ ਇਹ ਪਰਿਵਾਰ ਕਿਸ ਤਰ੍ਹਾਂ ਵਾ, ਇਹਦੇ ਵਿੱਚ ਕੀ ਹਾਲਾਤ ਆ। ਜਿਹਦੇ ਵਿੱਚ ਇੱਕ ਮੰਨ ਲਓ ਇੱਕ ਪਾਰਟੀ ਬਾਜੀ ਨੂੰ ਲੈ ਕੇ ਰੰਜਿਸ਼ਾਂ ਕਰਦੀਆਂ, ਉਹਦੇ ਵਿੱਚ ਸਾਡੇ ਕਾਂਗਰਸ ਪਾਰਟੀ ਤੱਕ ਅਜੇ ਤੱਕ ਕੋਈ ਗੁਜ਼ਾਰਿਸ਼ ਨਹੀਂ ਗਈ ਵੀ ਸਾਡਾ ਵਾਸਤੇ ਵੀ ਇਹ ਪਰਿਵਾਰ ਨੂੰ ਕੋਈ ਸਹਾਇਤਾ ਦਿੱਤੀ ਜਾਵੇ। ਤੇ ਆਪਾਂ ਵੀਰ ਜੀ ਨਾਲ ਗੱਲਾਂ ਕੀਤੀਆਂ ਤੇ ਉਹਨਾਂ ਤੋਂ ਆਰਥਿਕ ਹਾਲਤ ਦੇਖੀ, ਉਹਨਾਂ ਦੀ ਬੜੀ ਤਰਸਯੋਗ ਆ।
ਠੀਕ ਆ, ਇੱਕ ਮੈਂਬਰ ਆ ਜਿਹੜਾ ਕਮਾਉਣ ਵਾਲਾ ਤੇ ਖਾਣ ਵਾਲੇ 4, ਤੇ ਜਿਹੜੇ ਚੌਵੇਂ ਹੀ ਆ ਉਹ ਕੋਈ ਕੰਮ ਧੰਦਾ ਨਹੀਂ ਸਹੀ ਤਰ੍ਹਾਂ ਕਰ ਸਕਦੇ, ਕੋਈ ਹੈਂਡੀਕੈਪਟ ਅੰਗਹੀਣ ਆ ਤੇ ਕਿਸੇ ਨੂੰ ਕੰਨਾਂ ਤੋਂ ਨਹੀਂ ਸੁਣਦਾ ਤੇ ਕੋਈ ਸਹੀ ਤਰ੍ਹਾਂ ਚੱਲ ਨਹੀਂ ਸਕਦਾ। ਹੁਣ ਆਪਾਂ ਵੀਰ ਜੀ ਦੇ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਤੋਂ ਪੁੱਛਦੇ ਹਾਂ ਕਿ ਉਹਨਾਂ ਨੇ ਇਹ ਵੀ ਸੁਣ 'ਚ ਆਇਆ ਕਿ ਉਹਨਾਂ ਨੇ ਮੈਟ੍ਰਿਕਸ ਤੱਕ ਜਿਹੜੀ 10ਵੀਂ ਤੱਕ ਪੜ੍ਹਾਈ ਕੀਤੀ ਹੋਈ ਆ ਤੇ ਪਰ ਸਰਕਾਰ ਨੇ ਉਹਨਾਂ ਨੂੰ ਕੋਈ ਵੀ ਜਿਹੜੀ ਆ ਸਹੂਲਤ ਨਹੀਂ ਦਿੱਤੀ ਗਈ। ਵੀਰ ਜੀ ਕੀ ਨਾਂ ਤੁਹਾਡਾ ਜੀ? ਗੁਰਪ੍ਰੀਤ ਸਿੰਘ। ਤੇ ਵੀਰ ਜੀ ਤੁਸੀਂ ਪੜ੍ਹਾਈ ਕਿੰਨੀ ਕੀਤੀ ਹੈ ਜੀ? ਮੈਟ੍ਰਿਕ। ਉਸ ਟਾਈਮ ਜਿਹੜੇ ਸਮਿਆਂ ਦੇ ਵਿੱਚ ਤੁਸੀਂ ਮੈਟ੍ਰਿਕਸ ਕੀਤੀ ਸੀ, ਉਸ ਟਾਈਮ ਜਿਹੜੀ ਤੁਹਾਨੂੰ ਕੋਈ ਨੌਕਰੀ ਦੇ ਜਾਂ ਤੁਹਾਡੀ ਹਾਲਤ ਦੇਖ ਕੇ ਕੋਈ ਸਰਕਾਰ ਵੱਲੋਂ ਸਹੂਲਤ ਨਹੀਂ ਦਿੱਤੀ? ਨਾ ਜੀ, ਕੋਈ ਨਹੀਂ। ਤੇ ਤੁਸੀਂ ਕਦੀ ਸਰਕਾਰ ਤੋਂ ਇਸ ਚੀਜ਼ ਦੇ ਪ੍ਰਤੀ ਕੋਈ ਮੰਗ ਦੀ ਗੁਹਾਰ ਲਾਈ? ਬਹੁਤ ਭਰੇ ਸੀ ਫਾਰਮਾਂ, ਪਹਿਲਾਂ ਬਹੁਤ ਲਗਾਈਆਂ, ਨਹੀਂ ਕੱਢਦੇ। ਤੇ ਹੋਰ ਤੁਹਾਨੂੰ ਕਿਸੇ ਸਮਾਜ ਮੈਂ ਫਗਵਾੜੇ ਵੀ ਰਿਹਾ ਸਾਂ ਇੱਕ ਸੰਸਥਾ ਦੇ ਵਿੱਚ, ਤੇ ਉੱਥੇ ਗੁਰੂ ਨਾਨਕ ਬਿਰਧ ਆਸ਼ਰਮ ਆ, ਉਹਨਾਂ ਨੇ ਮੈਨੂੰ ਰੱਖਿਆ ਸੀ ਇੱਕ ਇਲਾਜ ਵਾਸਤੇ ਹੀ, ਤੇ ਮੇਰਾ ਇਲਾਜ ਨਹੀਂ ਉਹਨਾਂ ਕਰਵਾ ਸਕਿਆ। ਮੈਨੂੰ ਜੈਸ ਵੀ ਹੋਈ ਆ ਹੌਸਪੀਟਲਾਂ 'ਚ। 5 ਲੱਖ ਰੁਪਏ ਦੀ ਡਿਮਾਂਡ ਸੀ ਤੇ 5 ਲੱਖ ਉਹ ਆਪਣੇ ਲਈ ਵੀ ਖਾਈ ਜਾਂਦੇ ਸੀ। ਕੌਣ ਖਾ ਰਿਹਾ ਸੀ ਜਿਹੜਾ 5 ਲੱਖ ਰੁਪਏ? ਤੇ ਉਹ ਜੋ ਮੁਖੀ ਸੀ ਨਾ ਡੇਰੇ ਦਾ, ਉਹ ਇੱਕ ਪੈਸਾ ਕਮਾਉਣ ਦੇ ਬਹਾਨੇ ਮੇਰੀਆਂ ਵੀਡੀਓ ਬਣਾ ਕੇ ਬਾਹਰ ਫੌਰਨ ਭੇਜਦਾ ਸੀ ਵੀ ਉਹਨੂੰ ਦਾਨ ਦੇਈ ਜਾਂਦੇ ਸੀ ਲੋਕੀ ਮੇਰੇ ਨਾਂ ਦੇ, ਪਰ ਉਹ ਪੈਸਾ ਲਾਉਂਦਾ ਨਹੀਂ ਸੀ ਉੱਪਰ। ਤੇ ਮੇਰਾ ਹੁਣ ਨਹੀਂ ਤੇ ਮੈਂ ਆਪਣੇ ਪੈਰਾਂ 'ਤੇ ਹੋ ਸਕਦਾ, ਤੇ ਇਹਨਾਂ ਨੇ ਇਸ ਤਰ੍ਹਾਂ ਕੀਤਾ ਮੇਰੇ ਨਾਲ। ਮਤਲਬ ਕਿਹੜੀ ਸੰਸਥਾ ਦੇ ਵਿੱਚ ਤੇ ਗੁਰੂ ਤੁਸੀਂ ਨਾਨਕ ਬਿਰਧ ਆਸ਼ਰਮ ਬਿਰਕਾਂ। ਕਿਹੜੀ ਜਗ੍ਹਾ ਜੀ? ਬਿਰਕਾਂ। ਤੇ ਉੱਥੋਂ ਦੇ ਜਿਹੜੇ ਮੁਖੀ ਆ ਉਹ ਤੁਹਾਡੇ ਤੋਂ ਪੈਸੇ ਜਿਹੜੇ ਤੁਹਾਡੇ ਨਾਂ ਤੇ ਬਟੋਰਦੇ ਰਹੇ ਆ, ਤੇ ਤੁਸੀਂ ਕਦੀ ਇਹਨਾਂ ਨੂੰ ਕਿਹਾ ਨਹੀਂ ਕਿ ਜਿਹੜਾ ਤੁਸੀਂ ਮੇਰਾ ਹੱਕ ਬਣਦਾ ਤੁਸੀਂ ਆਪ ਖਾ ਰਹੇ ਹੋ? ਮੈਨੂੰ ਇੱਕ ਲਾਲਚ ਦਿੱਤਾ ਸੀ ਉਹਨੇ ਕਿ ਤੂੰ ਮੇਰਾ ਪੁੱਤ ਆ ਤੇ ਤੇਰੇ ਤੇ ਜੇ 10 ਲੱਖ ਲੱਗੂ ਜਾਂ 5 ਲੱਖ ਲੱਗੂ ਮੈਂ ਲਾਊਂਗਾ। ਜਦੋਂ ਅਸੀਂ ਡਾਕਟਰਾਂ ਕੋਲੇ ਚੈੱਕਅਪ ਕਰਵਾਇਆ ਤੇ ਡਾਕਟਰ ਨੇ ਆਖਿਆ ਵੀ 50,000 ਰੁਪਇਆ ਜਮ੍ਹਾਂ ਕਰਾਓ ਪਹਿਲਾਂ, ਤੇ ਉਦੋਂ ਕਹਿੰਦਾ ਕਿ ਘਰੋਂ ਪੈਸੇ ਲਿਖੇ ਆ 50,000। ਉਦੋਂ ਮੇਰੇ ਨਾਲ ਇਸ ਤਰ੍ਹਾਂ ਕਹਿੰਦਾ ਸੀ, ਤੇ ਫਿਰ ਮੈਨੂੰ ਬਹੁਤ ਗੁੱਸਾ ਆਇਆ। ਫਿਰ ਮੈਂ ਆਪਣੇ ਬ੍ਰਦਰ ਨੂੰ ਫੋਨ ਕੀਤਾ, ਫਿਰ ਇਹ ਮੈਨੂੰ ਲੈ ਆਇਆ ਤੇ ਇਸ ਤਰ੍ਹਾਂ ਕਰਦਾ ਰਿਹਾ। ਉਹ ਵੀ ਇੱਕ ਉਹਨੇ ਆਪਣਾ ਬਿਜ਼ਨਸ ਰੁਜ਼ਗਾਰ ਹੀ ਬਣਾਇਆ। ਹੁਣ ਥੋੜ੍ਹਾ ਚਿਰ ਹੋਇਆ ਪਤਾ ਲੱਗਾ ਕਿ ਉਹ ਫੜਿਆ ਗਿਆ ਕਿਸੇ ਗੱਲ ਤੋਂ। ਤੁਸੀਂ ਕਿੰਨਾ ਚਿਰ ਉੱਥੇ ਰਹੇ ਹੋ? ਤੇ ਉਹਨੇ ਮੈਂ 13 ਦੇ ਵਿੱਚ ਚਲੇ ਗਿਆ ਹਾਂ। ਇਹ 6 ਦੇ ਵਿੱਚ ਮੈਂ ਮੈਟ੍ਰਿਕ ਕੀਤੀ ਆ। 6 ਤੋਂ ਬਾਅਦ ਮੈਂ ਫਿਰ ਉੱਥੇ ਚਲੇ ਗਿਆ ਤੇ 3-4 ਸਾਲ ਰਿਹਾ ਮੈਂ ਉੱਥੇ। ਉਸ ਤੋਂ ਬਾਅਦ ਫਿਰ ਮੈਂ ਹੋਰ ਵੀ ਕਈਆਂ ਜਗ੍ਹਾ 'ਤੇ ਰਿਹਾ, ਪਰ ਕਿਸੇ ਨਹੀਂ ਸੁਣੀ। ਤੇ ਤੁਸੀਂ ਹੋਰ ਕਿਸੇ ਸੰਸਥਾ ਦੇ ਕੋਲ ਜਾਂ ਕਿਸੇ ਸੰਸਥਾ ਨੇ ਤੁਹਾਡੀ ਕੋਈ ਮਦਦ ਨਹੀਂ ਕੀਤੀ ਜਾਂ ਸਰਕਾਰ ਵੱਲੋਂ ਤੁਹਾਨੂੰ ਕੋਈ ਸਹੂਲਤ ਨਹੀਂ ਦਿੱਤੀ ਗਈ? ਨਾ, ਕੁਛ ਨਹੀਂ। ਤੁਹਾਡੀ ਆਰਥਿਕ ਹਾਲਤ ਨੂੰ ਦੇਖਦੇ ਹਾਂ, ਤੁਸੀਂ ਮੈਟ੍ਰਿਕਸ ਕੀਤੀ ਆ, ਸਰਕਾਰ ਵੱਲੋਂ ਤੁਹਾਨੂੰ ਕੋਈ ਨੌਕਰੀ ਤੇ ਜਾਂ ਕੋਈ ਤੁਹਾਡੀ ਪੈਨਸ਼ਨ ਵਗੈਰਾ ਵੀ ਨਹੀਂ? ਪੈਨਸ਼ਨ ਆਉਂਦੀ ਆ ਸਿਰਫ 750 ਰੁਪਏ, ਪਰ ਉਹਦਾ ਤੁਹਾਨੂੰ ਪਤਾ ਉਹਦੇ ਨਾਲ ਕੀ ਬਣਦਾ? 750 ਰੁਪਏ ਮਹੀਨੇ ਦੇ ਨਾਲ ਕੀ ਬਣਦਾ? ਤੇ ਜਿਵੇਂ ਗੱਲ ਕੀਤੀ ਜਾਵੇ ਤਾਂ ਹਰਿਆਣੇ ਦੇ ਵਿੱਚ ਜਾਂ ਹੋਰ ਦਿੱਲੀ ਦੇ ਵਿੱਚ ਪੈਨਸ਼ਨਾਂ ਵੱਧ ਦੇ ਰਹੇ ਆ, ਤੇ ਪੰਜਾਬ ਦੇ ਵਿੱਚ ਕਿਉਂ ਇੰਨੀ ਘੱਟ ਪੈਨਸ਼ਨ ਦੇ ਰਹੇ ਆ? ਇਹ ਫਿਰ ਕਿਉਂ ਇਹ ਆਪ ਖਾਂਦੇ ਹੋਣਗੇ ਪੈਨਸ਼ਨਾਂ? 750 ਦੇ ਨਾਲ ਹਿਸਾਬ ਕੀਤਾ ਜਾਵੇ ਤੇ ਕੀ ਬਣਦਾ? ਜਿਵੇਂ ਤੁਸੀਂ ਜਦੋਂ ਕਿਸੇ ਟਰਸਟ ਦੇ ਵਿੱਚ ਗਿਆ ਸੀ, ਸੰਸਥਾ ਦੇ ਵਿੱਚ ਗਿਆ ਸੀ, ਹਾਂਜੀ ਉੱਥੇ ਤੁਹਾਨੂੰ ਉਮੀਦਾਂ ਲਾਈਆਂ ਗਈਆਂ ਕਿ ਤੁਹਾਨੂੰ ਆਪਣੇ ਪੈਰਾਂ ਸਿਰ ਖੜਾ ਕੀਤਾ ਜਾਊਗਾ, ਹਾਂਜੀ। ਤੇ ਪਰ ਤੁਹਾਨੂੰ ਪੈਰਾਂ ਸਿਰ ਤੇ ਖੜਾ ਨਹੀਂ ਕੀਤਾ ਗਿਆ, ਤੁਹਾਨੂੰ ਦੁੱਖ ਨਹੀਂ ਮਹਿਸੂਸ? ਉਹਨਾਂ ਨੇ ਮੇਰਾ ਬਹੁਤ ਦਿਲ ਤੋੜਿਆ ਬਾਜੀ। ਉਹਨਾਂ ਪੈਰਾਂ ਤੇ ਕੀ ਖੜਾ ਕਰਨਾ ਸੀ? ਉਹਨਾਂ ਮੈਨੂੰ ਇੱਕ ਆਪਣੀ ਮਸ਼ੀਨ ਬਣਾ ਕੇ ਰੱਖਿਆ ਸੀ ਵੀ ਇਹ ਟਿਕਿਆ ਰਵੇ ਤੇ ਦਾਨੀ ਸੱਜਣ ਆਉਣ ਤੈਨੂੰ ਦੇਖਣ ਤੇ ਪੈਸਾ ਦੇਈ ਜਾਣ। ਤੇ ਤੁਹਾਨੂੰ ਕਿੱਦਾਂ ਦੇ ਲਾਲਚ ਦਿੰਦੇ ਰਹੇ ਜੇ ਟਰਸਟ ਵਾਲੇ, ਜਿਹੜਾ ਤੁਸੀਂ ਉੱਥੇ ਇੰਨਾ ਚਿਰ? ਚਾਹੀ ਵੀ ਅੱਜ ਜਾਣੇ ਪੁੱਤ, ਅੱਜ ਤੇਰਾ ਟ੍ਰੀਟਮੈਂਟ ਕਰਾਉਣੇ ਆ। ਮੈਨੂੰ ਬੈ ਚੈੱਕਅਪ ਗੱਡੀ 'ਚ ਬਿਠਾ ਕੇ ਲੈ ਜਾਂਦੇ ਸੀ ਤੇ ਬਾਅਦ 'ਚ ਕੁਛ ਨਹੀਂ। ਇੱਕ ਦਿਲ ਨੂੰ ਹੌਸਲਾ ਜਿਹਾ ਦਿੰਦੇ ਸੀ ਵੀ
ਹਾਂ ਇਹਦਾ ਇਹ ਟਿਕਿਆ ਰਹੂਗਾ ਵੀ ਇਹਦਾ ਇਲਾਜ ਦਾ ਇਹਨੂੰ ਇੱਕ ਸ਼ੋਸ਼ਾ ਜਿਹਾ ਦਿੰਦੇ ਸੀ ਵੀ ਹਾਂ ਇਹ ਟਿਕਿਆ ਰਹੂਗਾ ਤੇ ਬਾਕੀ ਕੀਤਾ ਕੁਛ ਨਹੀਂ। ਤੇ ਜਦੋਂ ਤੁਹਾਡਾ ਦਿਲ ਟੁੱਟਿਆ ਕਿ ਹਾਂ ਵੀ ਉਹਨਾਂ ਨੇ ਕਿਹਾ ਕਿ ਤੂੰ 50,000 ਰੁਪਏ ਆਪਣੇ ਕੋਲੋਂ ਲੈ ਕੇ ਆ ਫਿਰ ਤੇਰਾ ਇਲਾਜ ਹੋਊਗਾ, ਤੇ ਜਿਹੜਾ ਉਹਨੇ ਤੁਹਾਡੇ ਤੋਂ ਪਹਿਲਾਂ ਪੈਸਾ ਖਾਦਾ ਸੀ, ਤੁਹਾਨੂੰ ਉਮੀਦਾਂ ਲਾਈਆਂ ਸੀ, ਪੁੱਤ ਬਣਾ ਕੇ ਇਹਨਾਂ ਰੱਖਿਆ ਸੀ, ਤੇ ਉਸ ਟਾਈਮ ਤੁਹਾਡੇ ਦਿਲ ਤੇ ਕੀ ਬੀਤੀ? ਮੈਨੂੰ ਪੁੱਛੋ ਨਾ ਜੀ, ਮੈਂ ਹੁਣ ਤਿੱਕਰ ਰੋਣਾ ਰਹਿਣਾ ਵਾ। ਉਹ ਗੱਲਾਂ ਸੋਚ ਕੇ ਮੈਂ ਹੁਣ ਤਿੱਕਰ ਰੋਣਾ ਰਹਿਣਾ ਵਾ। ਕਿੱਦਾਂ ਦੀਆਂ ਗੱਲਾਂ ਸੀ ਤੇ ਜੋ ਤੁਹਾਡੇ ਨਾਲ ਕਰਦੇ ਰਿਹਾ, ਤੇ ਕਿੱਦਾਂ ਦੇ ਹਾਲਾਤ ਸੀ ਉੱਥੇ ਤੁਹਾਡੇ? ਮੈਨੂੰ ਬਹੁਤ ਕਰੋਧ ਆਉਂਦਾ ਇਹਨਾਂ ਤੇ, ਮੈਂ ਦੱਸ ਨਹੀਂ ਸਕਦਾ। ਕਿੱਦਾਂ ਦਾ ਕਰਦੇ ਰਿਹਾ ਤੁਹਾਡੇ ਨਾਲ ਉੱਥੇ ਜਿਹੜਾ ਵਰਤੇਵਾ? ਨਾਮ ਧਾਰੀਆ ਬਾਬਾ ਵਜਦਾ ਵਾ, ਇਹ ਬਾਬਾ ਦਿਆਲ ਹੈ। ਇਹ ਹੱਥ ਜੋੜ ਜੋੜ ਕੇ ਇੱਕ ਭੀਖ ਮੰਗ ਰਿਹਾ ਲੋਕਾਂ ਤੋਂ। ਭੀਖ ਮੰਗਣ ਦੇ ਨਾਂ 'ਤੇ ਇਹਨੇ ਆਪਣਾ ਆਸ਼ਰਮ ਚਲਾਇਆ ਵਾ। ਇਹਦਾ ਫਰਜ਼ ਸੀ ਕਿ ਜੇ ਕੋਈ ਜਾਂਦਾ ਇਹ ਆਪਣੇ ਮਨੋਂ ਤਨੋਂ ਹੋ ਕੇ ਦਿਲ ਵੀ ਸੇਵਾ ਕਰਦਾ, ਉਹਨੂੰ ਠੀਕ ਕਰਕੇ ਦੇ ਉਹਨੂੰ ਘਰੇ ਭੇਜਦਾ ਤੇ ਫਿਰ ਉਹਦੀ ਸੋਭਾ ਹੁੰਦੀ। ਤੇ ਪਰ ਨਹੀਂ, ਉਹਨੇ ਨਾ ਗਲਤ ਆਪਣਾ ਹਰਿਆਣੇ ਦੇ ਵਿੱਚ, ਜੰਮੂ ਦੇ ਵਿੱਚ ਉਹਨੇ ਆਪਣੇ ਪਲਾਟ ਬਣਾਏ, ਆਪਣੀ ਪ੍ਰਾਪਰਟੀ ਬਣਾਈ ਆ। ਸਾਰੇ ਆਪਣੇ ਜਿੰਨੇ ਵੀ ਬੇਟੇ ਆ 2 ਬਾਹਰ ਫੋਰਨ ਸੈਟਲ ਆ, ਬੇਟੀ ਉਹ ਵੀ ਸੈਟਲ ਆ। ਵੀ ਆਪਣਾ ਹੀ ਟੈਡਾ ਆਪਣਾ, ਆਪਾਂ ਨੂੰ ਹੀ ਬਸ ਮੈਂ ਇਹ ਸੋਚਦਾ ਕਿ ਆਪਾਂ ਨੂੰ ਹੀ ਆਪਣੇ ਲਈ ਹੀ ਕਰ ਰਿਹਾ ਜੋ ਕੋਈ ਕਰ ਰਿਹਾ। ਤੇ ਹੁਣ ਜਿਹੜਾ ਤੁਸੀਂ ਮਤਲਬ ਉੱਥੇ ਤੁਹਾਡੇ ਨਾਲ ਇਦਾਂ ਦਾ ਜਿਹੜਾ ਵਰਤੇਵਾ ਕਰਦੇ ਰਹੇ ਆ, ਤੇ ਤੁਸੀਂ ਉਹਦੇ ਖਿਲਾਫ ਕੋਈ ਪੁਲਿਸ ਕੰਪਲੇਂਟ ਨਹੀਂ ਕੀਤੀ ਕਿ ਜਿਹੜਾ ਤੁਹਾਡੇ ਨਾਲ ਧੱਕਾ ਕਰਦੇ ਰਹੇ ਆ, ਤੁਹਾਡੇ ਨਾਲ ਇਦਾਂ ਕਰਦੇ ਰਹੇ? ਕੰਪਲੇਂਟ ਜੀ, ਗਰੀਬ ਆਦਮੀ ਕੀ ਕਰ ਸਕਦਾ? ਗਰੀਬ ਆਦਮੀ ਨਹੀਂ ਕੋਈ ਸੁਣ ਸਕਦਾ। ਪੈਸੇ ਵਾਲੇ ਦੀ ਸੁਣੂਗਾ ਜੇ ਕੋਈ ਸੁਣੂਗਾ। ਉਹਦੇ ਕੋਲ ਪੈਸਾ 1 ਕਰੋੜ ਰੁਪਈਆ ਵਾ, ਜੇ ਅਸੀਂ ਕੰਪਲੇਨ ਕਰਾਂਗੇ ਤੇ ਉਹਨੇ ਪੈਸਾ ਭਰ ਦੇਣਾ। ਹੋਰ ਤੁਹਾਡੇ ਨਾਲ ਜਿਹੜੇ ਆ ਉਹ ਕਿੱਦਾਂ ਦੇ ਜਿਹੜਾ ਵਰਤੇਵੇਂ ਕਰਦੇ ਰਹੇ, ਤੇ ਤੁਹਾਡੇ ਨਾਲ ਕੋਈ ਇਸ ਤੋਂ ਇਲਾਵਾ ਵੀ ਕੁਝ ਇਦਾਂ ਦਾ ਜੋ ਕਰਦੇ ਰਹੇ? ਮੈਂ ਬਹੁਤ ਕਹਿੰਦਾ ਰਿਹਾ ਹਾਂ, ਨਹੀਂ ਜੀ, ਉਹ ਬਸ ਇੱਕ ਰੋਟੀਆਂ ਖਾਣ ਦਾ ਹੀ ਉਹਨੇ ਟਿਕਵਾਂ 'ਚ ਬਣਾਇਆ। ਜੇ ਮੈਂ ਕਹਿੰਦਾ ਸੀ ਕਿ ਜੇ ਤੇਰੇ ਤੋਂ ਇਲਾਜ ਨਹੀਂ ਹੁੰਦਾ ਤੇ ਮੇਰੀ ਅੱਗੇ ਸਟੱਡੀ ਕਰਵਾ ਦਿਓ, ਹੋਰ ਵੀ ਮੈਨੂੰ ਕੰਪਿਊਟਰ ਸਿਖਾ ਦਿਓ ਲਵਲੀ ਦੇ ਵਿੱਚ, ਜਾਂ ਲਵਲੀ ਹੈਗੀ ਸੀ ਉੱਥੇ, ਜਾਂ ਇੱਕ ਹੋਰ ਹੈਗੀ ਯੂਨੀਵਰਸਿਟੀ, ਤੇ ਗਾੜੀ ਮੇਰੀ +2 ਕਰਾ ਦਿਓ, ਗਾੜੀ ਮੈਨੂੰ ਕੰਪਿਊਟਰ ਸਾਇੰਸ ਕੋਰਸ ਸਿਖਾ ਦਿਓ, ਜਿਹੜਾ ਬੈਠ ਕੇ ਮੈਂ ਆਪਣਾ ਕੰਪਿਊਟਰ ਸਿੱਖ ਸਕਾਂ। ਤੇ ਮੇਰੀ ਚਲੋ ਜੇ ਤੁਸੀਂ ਨਹੀਂ ਇਲਾਜ ਕਰਵਾਉਣਾ ਮੇਰਾ ਇਹੀ ਖਰਚਾ ਕਰ ਦਿਓ। ਪਰ ਨਹੀਂ, ਉਹਨਾਂ ਦਾ ਇੱਕ ਕੁੱਤੇ ਦੀ ਤਰ੍ਹਾਂ ਰੱਖਦੇ ਆ ਬੰਦੇ ਨੂੰ ਉੱਥੇ। ਇਹ ਤੇ ਕੁੱਤਾ ਵਾ, ਭੌਂਕਦਾ, ਭੌਂਕੀ ਜਾਣ ਦਿਓ। ਮਤਲਬ ਤੁਹਾਨੂੰ ਉੱਥੇ ਕੁੱਤੇ ਦੀ ਤਰ੍ਹਾਂ ਜਿਹੜਾ ਨਰਕ ਭੋਗਣ ਦੀ ਜ਼ਿੰਦਗੀ ਉਹਨਾਂ ਉੱਥੇ ਦਿੱਤੀ? ਹਾਂਜੀ। ਤੁਹਾਨੂੰ ਕਦੀ ਮਹਿਸੂਸ ਨਹੀਂ ਹੋਇਆ ਕਿ ਯਾਰ ਮੈਂ ਘਰ ਛੱਡ ਕੇ? ਵੈਸੇ ਆਪਣੇ ਵੱਲੋਂ ਚਾਹ ਨਾ ਗਿਆ ਵੀ ਮੈਂ ਆਪਣੀ ਲਾਈਫ ਅੱਛੀ ਬਣੇਗੀ ਮੇਰੀ ਤੇ ਮੈਂ ਵਧੀਆ ਬਣਾਂਗਾ, ਪਰ ਨਹੀਂ, ਉਹ ਮੈਂ ਉਦੋਂ ਵੀ ਰਹਿ ਗਿਆ। ਮਤਲਬ ਤੁਸੀਂ ਘਰੋਂ ਜਿਹੜੀਆਂ ਉਮੀਦਾਂ ਸੋਚ ਕੇ ਗਏ ਹੋ ਕਿ ਮੈਂ ਜਿਹੜੇ ਆਪਣੇ ਸੁਪਨੇ ਆ ਉਹ ਸਾਕਾਰ ਕਰਕੇ ਘਰੇ ਵਾਪਸ ਮੁੜੂੰਗਾ, ਕੁਝ ਬਣ ਕੇ ਘਰੇ ਵਾਪਸ, ਪਰ ਉਧਰੋਂ ਤੁਸੀਂ ਜਿਹੜਾ ਖਾਲੀ ਹੱਥ ਨਿਰਾਸ਼ ਹੋ ਕੇ ਮੁੜੇ, ਤੇ ਤੁਹਾਡੇ ਦਿਲ ਤੇ ਜਿਹੜਾ ਕਿੱਦਾਂ ਦਾ ਬੀਤਦਾ? ਹਾਂਜੀ, ਬਹੁਤ ਮੈਨੂੰ ਕਦੀ ਕਦੇ ਨਾ ਬਹੁਤ ਕਰੋਧ ਆਉਂਦਾ ਤੇ ਮੈਂ ਦੱਸ ਨਹੀਂ ਸਕਦਾ ਕਿੱਦਾਂ ਦਾ ਕਰੋਧ ਆਉਂਦਾ, ਤੇ ਕੀ ਕਹਿਣਾ ਚਾਹੋਗੇ? ਜੇ ਉਹ ਮਾਲਕ ਨੇ ਆਪੇ ਉਹਨਾਂ ਦੀ ਸੁਣ ਲਈ ਆ, ਮਾਲਕ ਨੇ, ਉਹ ਹੁਣ ਇਸ ਟਾਈਮ ਜੇਲ੍ਹ 'ਚ ਆ ਭੁਗਤ ਰਿਹਾ ਵਾ। ਜੋ ਕਿਸੇ ਦੇ ਨਾਂ 'ਤੇ ਖਾ ਰਿਹਾ ਵਾ ਹੋਵੇ ਨਾ, ਉਹ ਪਰਮਾਤਮਾ ਦੇ ਹੱਲੇ ਫਿਰ ਆਪ ਹੀ ਦੇਖਦਾ। ਤੇ ਉਸ ਟਾਈਮ ਤੁਹਾਨੂੰ ਕੁੱਤੇ ਦੀ ਜਿਹੜੀ ਤਰ੍ਹਾਂ ਰੱਖਿਆ ਗਿਆ, ਬਹੁਤ ਮਾੜਾ ਵਰਤੇਵਾ ਤੁਹਾਡੇ ਨਾਲ ਕੀਤਾ ਗਿਆ, ਤੁਹਾਡੇ ਨਾਂ 'ਤੇ ਪੈਸੇ ਵੀ ਬਟੋਰੇ ਗਏ, ਤੇ ਤੁਹਾਨੂੰ ਦੁੱਖ ਨਹੀਂ ਹੋਇਆ? ਦੁੱਖ ਹੋਇਆ। ਮੈਂ ਚਲੋ ਆਪਣੇ ਮਨੋਂ ਤਨੋਂ ਇੱਕ ਬੈਠੇ ਸੀ ਕਮਰੇ 'ਚ, ਮੈਂ ਮਨੋਂ ਤਨੋਂ ਮੈਂ ਕਿਹਾ ਚਲੋ ਜੇ ਤੁਸੀਂ ਇੱਧਰੋਂ ਨਹੀਂ ਇਲਾਜ ਕਰਵਾ ਸਕਦੇ ਤੇ ਤੁਹਾਡਾ ਬੇਟਾ ਫੋਰਨ ਦੇ ਵਿੱਚ ਆ ਤੇ ਮੈਨੂੰ ਫੋਰਨ ਭੇਜ ਦਿਓ, ਜੇ ਤੁਸੀਂ ਮੈਨੂੰ ਪੁੱਤ ਬਣਾਇਆ
ਤੇ ਮੈਨੂੰ ਕਹਿਣ ਲੱਗਾ ਹੈ ਤੇਰੇ ਵਾਸਤੇ ਉਧਰ ਕੋਈ ਕੰਮ ਹੀ ਨਹੀਂ ਹੈਗਾ, ਤੈਨੂੰ ਕਿਸ ਤਰ੍ਹਾਂ ਭੇਜੂੰ। ਕੋਈ ਕਰਦਾ ਹੈ ਨਹੀਂ, ਕੋਈ ਕਰਦਾ ਇਸ ਤਰ੍ਹਾਂ, ਕੋਈ ਸੋਚ ਇਹੀ ਸੋਚੂਗਾ ਨਹੀਂ ਸੋਚੂਗਾ। ਨਹੀਂ, ਇੱਕ ਪਾਸੇ ਤਾਂ ਉਹਨੇ ਤੁਹਾਨੂੰ ਪੁੱਤ ਬਣਾਇਆ, ਤੁਹਾਡੇ ਨਾਂ ਤੇ ਪੈਸੇ ਬਟੋਰੇ, ਤੇ ਫਿਰ ਤਾਂ ਬਾਹਰ ਭੇਜਣ ਵਾਸਤੇ ਕੋਈ ਪ੍ਰੋਬਲਮ ਹੀ ਨਹੀਂ ਸੀ, ਕੋਈ ਦਿੱਕਤ ਹੀ ਨਹੀਂ ਸੀ। ਹਾਂਜੀ, ਤੇ ਨਹੀਂ, ਪਰ ਨਹੀਂ, ਉਹਦੇ ਦਿਮਾਗ ਦੇ ਵਿੱਚ ਨਹੀਂ ਕੁਛ ਹੈਗਾ। ਕੌੜ ਹੀ ਉਹ ਬੰਦਾ ਬਹੁਤ, ਜਿਹਦੇ ਮੈਂ ਦੇਖਦਾ ਰਿਹਾ ਵਾਂ, ਜਿਹਦੇ ਮਗਰ ਲੱਗ ਜਾਂਦਾ ਸੀ ਉਹ ਡੰਗ ਲੈ ਕੇ, ਉਹਨੂੰ ਉਹ ਪੈ ਜਾਂਦਾ ਸੀ ਵੀ ਉਹਨੂੰ ਕੁੱਟ ਮਾਰਨ ਪੈ ਜਾਂਦਾ ਸੀ। ਤੁਹਾਡਾ ਜਿਹੜਾ ਜਿਵੇਂ ਹਰ ਇੱਕ ਬੰਦੇ ਦੇ ਅੰਦਰ ਸੁਪਨਾ ਹੁੰਦਾ ਕਿ ਮੈਂ IPS ਅਫਸਰ ਬਣੂੰਗਾ ਜੀ, ਮੈਂ ਕੋਈ ਉੱਚੇ ਅਹੁਦੇ ਤੇ ਜਾਊਂਗਾ, ਤੁਹਾਡਾ ਵੀ ਕੋਈ ਏਦਾਂ ਸੁਪਨਾ? ਮੇਰਾ ਸੁਪਨਾ ਹੀ +2 ਹੀ ਨਹੀਂ ਮੇਰੇ ਤੋਂ ਕਲੀਅਰ ਹੋਈ, ਉਹ ਵੀ ਮੈਂ ਉੱਥੇ ਪੇਪਰ ਦਿੱਤੇ ਸੀ, ਕੋਈ ਮੇਰੇ ਤੋਂ ਆਪਣੀ ਗਲਤੀ ਹੋ ਗਈ। ਤੋ ਮੇਰਾ ਸੁਪਨਾ ਹੀ ਚਲੋ ਕੰਪਿਊਟਰ ਸਾਇੰਸ ਦਾ ਕੋਰਸ ਕਰਨ ਦਾ, 3 ਸਾਲ ਦੀ ਡਿਗਰੀ ਹੁੰਦੀ ਕੰਪਿਊਟਰ ਸਾਇੰਸ। ਤੇ ਉਦੋਂ ਬਾਅਦ ਫਿਰ ਜੇ ਨਾ ਜੋਬ, ਗੌਰਮੈਂਟ ਜੋਬ ਨਾ ਮਿਲੇ ਤੇ ਪ੍ਰਾਈਵੇਟ ਜੋਬ ਵੀ ਚੰਗੀ ਮਿਲ ਜਾਂਦੀ ਹੈ ਕਿਸੇ ਕੰਪਨੀ 'ਚ ਬੈਠ ਕੇ ਕੰਮ ਕਰਨ ਲਈ, ਪਰ ਉਹ ਵੀ ਮੇਰਾ ਅਧੂਰਾ ਰਹਿ ਗਿਆ। ਤੇ ਜੇ ਰੱਬ ਕਰਦਾ, ਜੇ ਤੁਹਾਡਾ ਸੁਪਨਾ ਸੱਚ ਹੋ ਜਾਂਦਾ, ਤੇ ਫਿਰ ਜਿਹੜੀ ਤੁਹਾਡੇ ਪੈਰ ਪੁੰਜੇ ਨਹੀਂ ਸੀ ਲੱਗਣੇ, ਤੇ ਉਸ ਟਾਈਮ ਤੇ ਫਿਰ ਆਪਣਾ ਅੱਜ ਆਪਣੇ ਪੈਰਾਂ ਤੇ ਹੋਣਾ ਸੀ, ਕਿਸੇ ਦੇ ਗਾੜੀ ਫਿਰ ਮੈਨੂੰ ਲੋੜ ਨਹੀਂ ਸੀ ਹੱਥ ਧਰਨ ਦੀ, ਮੰਗਣ ਦੀ। ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ, ਕਿ ਉਹ ਤੁਹਾਡਾ ਕਿਸ ਤਰ੍ਹਾਂ ਜਿਹੜਾ ਸਾਥ ਦਿੱਤਾ? ਹੁਣ ਮੈਂ ਗੌਰਮੈਂਟ ਜੇ ਅਗਰ ਮੋਦੀ ਤੱਕਰ ਆਪਣੀ ਵੀਡੀਓ ਜਾਵੇ, ਮੋਦੀ ਤੱਕਰ ਵੀ ਮੈਂ ਇਹੀ ਕਹਿਣਾ ਚਾਹੁੰਦਾ, ਅਗਰ ਹੈਂਡੀਕੈਪ ਕੋਟੇ ਦੇ ਵਿੱਚ ਅਗਰ ਵੈਕੈਂਸੀਆਂ ਆਉਂਦੀਆਂ ਵਾ, ਜੇ ਅਗਰ ਸਾਨੂੰ ਉਸ ਕੋਟੇ ਦੇ ਵਿੱਚ ਜੋਬ ਮਿਲਦੀ ਹੋਵੇ ਮਿਲ ਦਿੱਤੀ ਜਾਵੇ, ਜੇ ਸਾਨੂੰ ਕਲਾਸ 4 'ਚ ਮਿਲਦੀ ਹੋਵੇ ਉਹ ਹੀ ਦਿੱਤੀ ਜਾਵੇ। ਕੈਪਟਨ ਸਰਕਾਰ ਅੱਗਾੜੀ ਵੀ ਮੇਰੀ ਬੇਨਤੀ ਆ, ਅਗਰ ਕੈਪਟਨ ਸਾਹਿਬ ਜੀ ਸੁਣਦੇ ਹੋਣ, ਜਿੰਨਾ ਚਿਰ ਇਹਨਾਂ ਦੀ ਗੌਰਮੈਂਟ ਆ, ਤੇ ਜ਼ਰੂਰ ਬਾਂਹ ਫੜਨ ਤੇ ਮੇਰੀ ਹੈਲਪ ਕਰਨ, ਮੇਰੇ ਬ੍ਰਦਰ ਦੀ ਹੈਲਪ ਕਰਨ, ਸਾਡੇ ਸਾਰੇ ਪਰਿਵਾਰ ਵਾਲੇ ਦੇਖਣ ਵੀ ਕੋਈ ਕਮਾਉਣ ਵਾਲਾ ਨਹੀਂ ਹੈਗਾ। ਹੋ ਸਕੇ ਸਾਨੂੰ ਕਲਾਸ 4 ਦੀ ਗੌਰਮੈਂਟ ਜੋਬ ਵੀ ਮਿਲ ਜੇ, ਅਸੀਂ ਉਹ ਹੀ ਬਹੁਤ ਰਿਣੀ ਆ ਇਹਨਾਂ ਲਈ। ਜਿਵੇਂ ਤੁਹਾਡਾ ਇਕੱਲਾ ਭਰਾ ਨਿੱਕਾ, ਤੁਹਾਡੇ ਤੋਂ ਨਿੱਕਾ ਵਾ, ਉਹ ਕਮਾਈ ਕਰ ਰਿਹਾ, ਤੇ ਤੁਹਾਨੂੰ ਲਾਗੇ ਬੈਠੇ ਨੂੰ ਮੈਂ ਝੁਰਦਾ ਵਾਂ ਵੀ ਮੈਂ ਵੀ ਅੱਜ ਚਲੋ, ਜੇ ਪ੍ਰਮਾਤਮਾ ਨੇ ਮੈਨੂੰ ਮੰਜੇ ਦੇ ਬਹਾਇਆ ਵਾ, ਤੇ ਜੇ ਮੈਂ ਵੀ ਤੁਰਨ ਜੋਗਾ ਦਾ, ਤੇ ਦੋਵੇਂ ਕਰਦੇ, ਇੱਕ ਤੇ ਇੱਕ ਕਹਿੰਦੇ 2 11 ਹੋ ਜਾਂਦੇ ਆ, ਤੇ ਇੱਕ ਦੂਜੇ ਦਾ ਸਾਥ ਫਿਰ ਫੁੱਲ ਹੁੰਦਾ। ਹੁਣ ਇੱਕ ਜਾਂ ਮੈਂ ਇਹਦੇ ਤੋਂ ਮੰਗਦਾ ਵਾਂ, ਮੈਂ ਵੱਡਾ ਵਾਂ, ਮੈਨੂੰ ਮੰਗਦੇ ਨੂੰ ਵੀ ਸ਼ਰਮ ਆਉਂਦੀ ਕਈ ਵਾਰ ਕਿ ਜਾ ਮੈਂ ਇਹਨੂੰ ਦੇਣਾ ਵਾਂ। ਉਸ ਟਾਈਮ ਜਦੋਂ ਤੁਸੀਂ, ਤੁਹਾਡਾ ਛੋਟਾ ਭਰਾ ਕਮਾਈ ਕਰਦਾ ਤੇ ਤੁਸੀਂ ਉਸ ਤੋਂ ਮੰਗਦੇ ਹੋ? ਹਾਂ, ਮੇਰੀ ਹਰ ਡਿਮਾਂਡ ਪੂਰੀ ਕਰਦਾ, ਮੈਂ ਕਿਉਂ ਇਹਨੂੰ ਮਾੜਾ ਕਵਾਂ। ਜੇ ਮੈਨੂੰ ਦਵਾਈ ਬੂਟੀ ਦੀ ਲੋੜ ਆ, ਉਹ ਮੇਰੀ ਪੂਰੀ ਕਰਦਾ। ਜੇ ਮੈਨੂੰ 500 ਦੀ ਲੋੜ 500 ਦਿੰਦਾ, ਜੇ 1000 ਦੀ ਲੋੜ 1000 ਦਿੰਦਾ। ਤੇ ਉਸ ਹਿਸਾਬ ਨਾਲ ਜੇ ਮੰਨਿਆ ਜਾਵੇ, ਕਲਯੁਗ ਦੇ ਵਿੱਚ ਮਾਂ ਪੁੱਤ ਦੀ ਨਹੀਂ ਬਣਦੀ, ਠੀਕ ਹੈ, ਪਿਓ ਪੁੱਤ ਜਿਹੜਾ ਉਹ ਉਹਨਾਂ ਦੀ ਆਪਸ 'ਚ ਨਹੀਂ ਬਣਦੀ, ਤੇ ਤੁਹਾਡੇ ਭਰਾਵਾਂ ਦੀ ਆਪਸ ਦੇ ਵਿੱਚ ਕਿਵੇਂ ਬਣਦੀ ਆ ਰਹੀ? ਸਾਡੀ ਬਾਨੀ ਆ ਅਸੀਂ, ਕਿਉਂਕਿ ਦੋਵੇਂ ਹੈਂਡੀਕੈਪ ਆ। ਜੇ ਅਸੀਂ ਦੋਵੇਂ ਵਿਛੜਾਂਗੇ ਤੇ ਮੈਂ ਵੀ ਹੈਂਡੀਕੈਪ, ਮੈਂ ਕੀ ਕਰੂੰ ਇਕੱਲਾ, ਤੇ ਇਹਦੇ ਮਨ ਨੂੰ ਵੀ ਦੁੱਖ ਲੱਗੂਗਾ, ਤੇ ਜੇ ਇਹ ਮੇਰੇ ਤੋਂ ਵਿਛੜੂਗਾ, ਇਹਦੇ ਮਨ ਨੂੰ ਵੀ ਦੁੱਖ ਲੱਗੂ, ਮੇਰੇ ਮਨ ਨੂੰ ਵੀ ਦੁੱਖ ਲੱਗੂਗਾ। ਇਹ ਮੇਰੀ ਸਪੋਰਟ ਕਰਦਾ ਵਾ, ਤੇ ਮੈਂ ਜਿੰਨੇ ਜੋਗਾ ਮੈਂ ਵੀ ਇਹਦੀ ਸਪੋਰਟ ਕਰਦਾ। ਤੇ ਜੇ ਰੱਬ ਤੁਹਾਨੂੰ ਇਸ ਐਸੀ ਮਾਰ ਨਾ ਮਾਰਦਾ, ਤੁਸੀਂ ਵੀ ਆਪਣੇ ਭਰਾ ਵਾਂਗੂ ਮਤਲਬ ਚੰਗੇ ਭਲੇ ਹੁੰਦੇ, ਤੇ ਫਿਰ ਤੁਹਾਡੇ ਸੁਪਨੇ ਤੇ ਤੁਹਾਡੇ ਭਰਾਵਾਂ ਦਾ ਆਪਸੀ ਪਿਆਰ ਕਿਵੇਂ ਦਾ ਹੋਣਾ? ਫਿਰ ਤੇ ਕੋਈ ਕਹਿ ਨਹੀਂ ਸਕਦੇ। ਫਿਰ ਕਿੱਦਾਂ ਦੇ ਹਾਲਾਤ ਹੋਣਗੇ? ਫਿਰ ਇਹਦੇ ਨਾਲ ਵਧੀਆ ਹਾਲਾਤ ਹੁੰਦੇ। ਹੁਣ ਮੰਜੇ ਦੇ ਆ ਨਾ,
ਤੇ ਉਸ ਟਾਈਮ ਤੁਹਾਡੇ ਫਾਦਰ ਸਾਹਿਬ ਬਹੁਤ ਵਧੀਆ ਡਾਕਟਰ ਰਹੇ ਨੇ, ਠੀਕ ਆ, ਤੁਸੀਂ ਉਦੋਂ ਵੱਡੇ ਸੀ, ਤੁਹਾਡੇ ਡਾਕਟਰ ਫਾਦਰ ਸਾਹਿਬ ਵੱਲੋਂ ਉਸ ਟਾਈਮ ਦੇ ਵਿੱਚ ਮਤਲਬ ਜਦੋਂ ਤੁਹਾਡਾ ਕੋਈ ਗਲਤ ਇੰਜੈਕਸ਼ਨ ਲਗਵਾਇਆ ਗਿਆ ਉਸ ਟਾਈਮ ਕੋਈ ਕਾਰਵਾਈ ਨਹੀਂ ਕਰਵਾਈ? ਕਾਰਵਾਈ ਉਹਨਾਂ ਸਮਿਆਂ ਦੇ ਵਿੱਚ ਕਾਰਵਾਈ, ਚਲੋ ਮੇਰੇ ਫਾਦਰ ਸਾਹਿਬ ਤੇ ਪੜ੍ਹੇ ਲਿਖੇ ਸੀ, 10 ਪੜ੍ਹੇ ਸੀ, ਤੇ ਮਾਤਾ ਜਿਹੜੀ ਸੀ ਉਹ ਅਨਪੜ੍ਹ ਸੀ। ਜਦੋਂ ਮੇਰੇ ਟੀਕਾ ਲੱਗਾ ਸੀ, ਮੇਰੇ ਨਾਂ ਦਾ ਕੋਈ ਹੋਰ ਮੁੰਡਾ ਸੀ, ਤੇ ਉਹ ਟੀਕਾ ਕੀ ਪਤਾ ਕਿਸ ਔਰ ਦਾ ਸੀ। ਉਹ ਟੀਕਾ ਮੈਨੂੰ ਮੇਰੀ ਮਾਤਾ ਹੀ ਦੱਸਦੀ ਆ, ਹੁਣ ਮੈਨੂੰ ਕੀ ਪਤਾ, ਛੋਟੇ ਹੁੰਦੇ ਨੂੰ 10 ਦਿਨ ਦਾ ਸਾਂ ਮੈਂ, 10 ਦਿਨ ਦੇ ਬੱਚੇ ਨੂੰ ਕੀ ਪਤਾ ਹੁੰਦਾ। ਤੇ ਮੇਰੀ ਮਾਤਾ ਹੀ ਦੱਸਦੀ ਆ ਕਿ ਜਦੋਂ ਆਵਾਜ਼ ਵੱਜੀ ਆ, ਡਾਕਟਰ ਮੋਗੇ ਦਾ, ਮੋਗੇ ਹਸਪੀਟਲ ਹੀ, ਤੇ ਜਦੋਂ ਆਵਾਜ਼ ਵੱਜੀ ਆ ਤੇ ਸਾਨੂੰ ਕੋਈ ਪਤਾ ਨਹੀਂ, ਤੈਨੂੰ ਬੁਖਾਰ ਹੀ 104, ਤੇ ਉਹ ਜਦੋਂ ਆਵਾਜ਼ ਵੱਜੀ ਤੇ ਉਹ ਖੜਨਾ ਉਹਨਾਂ ਨੇ ਹੀ ਮੁੰਡੇ ਨੂੰ, ਤੇ ਤੈਨੂੰ ਅਸੀਂ ਲੈ ਗਏ ਹਾਂ, ਤੇ ਉਹ ਤੇਰੇ ਬੁਖਾਰ 'ਚ ਉਹਨਾਂ ਗਲਤ ਪਾਟੇ 'ਚ ਟੀਕਾ ਲਾਤਾ, ਤੇ ਉਹਦੇ ਨਾਲ ਹੀ ਮੇਰੇ ਦਿਮਾਗ ਨੂੰ ਵੀ ਹੋ ਸਕਦਾ ਵਾ ਹੋਇਆ ਹੋਵੇ, ਤੇ ਜਿਹੜੀ ਰੀੜ੍ਹ ਦੀ ਹੱਡੀ ਆ ਉਹਨੂੰ ਵੀ, ਮੇਰੀਆਂ ਜਿਹੜੀਆਂ ਜਿੰਨੀਆਂ ਨਾੜਾਂ ਨਸਾਂ ਵਾ ਸਾਰੀਆਂ ਬਲੋਕਿੰਗ ਹੀ ਹੋ ਗਈਆਂ। ਉਹਦੇ ਹਿਸਾਬ ਨਾਲ ਮੇਰਾ ਸਰੀਰ ਜਿਹੜਾ ਵੀ ਰਹਿ ਗਿਆ। ਤੁਹਾਨੂੰ ਰੱਬ ਨੇ ਐਸੀ ਮਾਰ ਮਾਰੀ, ਹਾਂਜੀ, ਤੁਹਾਡਾ ਭਰਾ ਵੀ ਜਿਹੜਾ ਉਹਦਾ ਹੱਥ ਕੱਟਿਆ ਗਿਆ, ਮਤਲਬ ਉਹ ਵੀ ਹੁਣ ਜਿਹੜਾ ਵਾ ਕਿ ਮਿਹਨਤ ਅੱਗੇ ਨੂੰ ਘੱਟ ਕਰ ਸਕਦਾ, ਤੇ ਤੁਹਾਨੂੰ ਲੱਗਦਾ ਨਹੀਂ ਹੈ ਕਿ ਕਿੱਦਾਂ ਦੀ ਜ਼ਿੰਦਗੀ ਸਾਡੀ ਦਿਨ ਬ ਦਿਨ ਕਿੱਦਾਂ ਦੀ ਹੁੰਦੀ? ਹਾਲੇ ਤਾਂ ਵੀਰ ਜੀ ਕਿਹਾ ਜਾਵੇ ਤਾਂ ਮਾੜੇ ਹੀ ਆ ਹਾਲਾਤ, ਤੁਸੀਂ ਆਪ ਹੀ ਦੇਖ ਰਹੇ ਹੋ। ਤੁਹਾਡੇ ਬ੍ਰਦਰ ਜੀ ਵੀ ਕੋਈ ਇਸ ਟਾਈਮ ਵਰਕ ਕਰਦੇ ਨੇ ਜਾਂ ਕੋਈ ਕੰਮ ਕਰਦੇ ਨੇ? ਤੁਹਾਨੂੰ ਇਹਨਾਂ ਨੇ ਦੱਸ ਹੀ ਦਿੱਤਾ ਸੀ ਕਿ ਚਲੋ ਜਿੰਨੇ ਜੋਗੇ ਹੈਗੇ ਆ, ਕਿਸੇ ਨਾਲ ਰਲ ਕੇ ਕੰਮ ਕਰ ਰਹੇ ਆ ਕੋਈ, ਤੇ ਜਿੰਨਾ ਵੀ ਸਰਦਾ ਵੱਧਦਾ ਲੈ ਆਉਂਦੇ ਆ। ਕੀ ਕੰਮ ਕਰ ਰਹੇ ਨੇ ਤੁਸੀਂ? ਇਹ ਇਸ ਤਰ੍ਹਾਂ ਵੀ ਚੱਲ ਜਾਂਦੇ ਆ, ਜਿਵੇਂ ਮੰਨ ਲਓ ਕਿ ਕੰਪਨੀ ਕੋਈ ਜਿਵੇਂ ਲੋਨ ਵਾਲੀ ਲੋਨ ਦਵਾਤਾ, ਜਾਂ ਹੋਰ ਕੋਈ ਕੰਮ, ਜੇ ਕੋਈ ਮੋਟਾ ਛੋਟਾ ਇਸ ਤਰ੍ਹਾਂ ਵੀ ਕੋਈ ਕੰਮ ਜਿਹੜਾ ਵੀ ਕਰਦੇ ਆ। ਜੇ ਤੁਸੀਂ ਪ੍ਰਸ਼ਾਸਨ ਸਰਕਾਰ ਵੱਲੋਂ ਕੀ ਮੰਗ ਕਰਦੇ ਹੋ ਆਪਣੇ ਬ੍ਰਦਰ ਵਾਸਤੇ ਤੇ ਆਪਣੇ ਪਰਿਵਾਰ ਵਾਸਤੇ? ਮੈਂ ਮੰਗ ਇਹੋ ਹੀ ਕਰਦਾ ਵਾਂ ਕਿ ਹਾਲੇ ਤਾਂ ਲੋਕਡਾਊਨ ਵੀ ਆ ਨਵਾਂ ਸਾਲ ਤੀਕਰ, ਤੇ ਹਾਲੇ ਮੇਰੇ ਹਿਸਾਬ ਨਾਲ ਗੌਰਮੈਂਟ ਨੇ ਕੁਛ ਨਹੀਂ ਕਰਨਾ, ਤੇ ਨਵੇਂ ਸਾਲ ਤੋਂ ਬਾਅਦ ਮੈਂ ਰਿਕਵੈਸਟ ਕਰਦਾ ਵਾਂ ਕਿ ਸਾਡੀਆਂ ਜੋ ਵੀ ਦੋ ਭਰਾਵਾਂ ਦੀਆਂ ਜੋ ਵੀ ਅਸੀਂ ਫਾਈਲਾਂ ਲਗਾਈਏ ਤੇ ਸਾਡੀਆਂ ਫਾਈਲਾਂ ਕੱਢੀਆਂ ਜਾਣ। ਪੰਜਾਬ ਗੌਰਮੈਂਟ ਗਾੜੀ ਰਿਕਵੈਸਟ ਆ ਵੀ ਸਾਡੀਆਂ ਫਾਈਲਾਂ ਕੱਢੀਆਂ ਜਾਣ, ਗੌਰਮੈਂਟ ਜੋਬ ਮਿਲਣੀ ਚਾਹੀਦੀ ਹੈ। ਤੁਹਾਡੀ ਇੱਕ ਸਿਸਟਰ ਆ, ਉਹ ਵੀ ਹੈਂਡੀਕੈਪਟ ਆ, ਤੇ ਤੁਸੀਂ ਦੋਵੇਂ ਭੈਣ ਭਰਾ ਤੇ ਇੱਕ ਭਰਾ ਦੇ ਉੱਪਰ ਬੋਝ ਵਾਂਗੂ ਲੱਗਦੇ ਆ, ਕਿੱਦਾਂ ਦਾ ਮਹਿਸੂਸ ਹੁੰਦਾ ਹੈ ਤੁਹਾਨੂੰ? ਉਹਦੇ ਉਸੇ ਟੈਨਸ਼ਨ ਦੇ ਵਿੱਚ ਹੀ ਅੱਜ ਮੈਂ ਇੰਨਾ ਕਮਜ਼ੋਰ ਤੇ ਸਰੀਰ ਇੰਨਾ ਮੇਰਾ ਦੁੱਗਣਾ ਨਹੀਂ ਹੈਗਾ, ਕਮਜ਼ੋਰੀ ਟੈਨਸ਼ਨ ਦੇ ਨਾਲ ਹੀ ਮੈਂ ਅੱਜ ਰਿਹਾ ਵਾਂ। ਕਿਸ ਤਰ੍ਹਾਂ ਦੀ ਟੈਨਸ਼ਨ ਹੈ ਜਿਹੜੀ ਤੁਸੀਂ ਤੁਹਾਨੂੰ ਦਿਨ ਬ ਦਿਨ ਜਿਹੜੀ ਹੈ ਇਸ ਹਾਲਾਤ ਦੇ ਵਿੱਚ ਗਰੀਬੀ ਦੇ ਵਿੱਚ ਤੁਹਾਨੂੰ ਪਤਾ ਜਿਹੜੇ ਬੰਦੇ ਤੇ ਗਰੀਬੀ ਹੋਵੇ ਤੇ ਗਰੀਬੀ ਨਾਲ ਟੈਨਸ਼ਨ ਨਹੀਂ ਹੁੰਦੀ ਆ, ਪੈਸੇ ਨਾਲ ਸਾਰਾ ਕੁਝ ਹੁੰਦਾ, ਪੈਸੇ ਤੋਂ ਬਿਨਾਂ ਕੀ ਹੈ। ਜੇ ਅੱਜ ਹੀ ਪੈਸਾ ਹੋਵੇ ਤੇ ਸਾਡਾ ਇਲਾਜ ਵੀ ਹੋ ਸਕਦਾ ਵਾ, ਪੈਸੇ ਨਾਲ ਕੀ ਨਹੀਂ ਹੋ ਸਕਦਾ। ਤੁਸੀਂ ਸਿਆਣੇ ਜੀ, ਪੈਸੇ ਨਾਲ ਇਹਦਾ ਹੱਥ ਵੀ ਪੈਸੇ ਨਾਲ ਲੱਗ ਸਕਦਾ। ਜਿੰਨਾ ਤੁਸੀਂ ਉੱਥੇ ਲੁਧਿਆਣੇ ਟਰਸਟ ਦੇ ਵਿੱਚ ਰਹੇ ਹੋ, ਹਾਂਜੀ, ਠੀਕ ਆ, ਉੱਥੋਂ ਉਹਨਾਂ ਤੁਹਾਡੇ ਤੋਂ ਪੈਸੇ ਬਟੋਰੇ ਆ, ਤੇ ਤੁਹਾਨੂੰ ਇੱਥੋਂ ਜਿਹੜਾ ਪਰਿਵਾਰ ਦੇ ਮੈਂਬਰ ਤੋਂ ਜਦੋਂ ਤੁਸੀਂ ਉੱਥੇ ਗਏ ਸੀ ਤੇ ਤੁਹਾਨੂੰ ਉੱਥੇ ਜਾਂਦਿਆਂ ਨੂੰ ਕਿੱਦਾਂ ਦੇ ਲਾਰੇ ਲਾਏ ਗਿਆ, ਤੇ ਕੀ ਉਹਨਾਂ ਕਹਿ ਕੇ ਤੁਹਾਨੂੰ ਉੱਥੇ ਰੱਖਿਆ ਗਿਆ ਸੀ, ਤੇ ਕਿੰਨਾ ਚਿਰ ਰਹਿ ਕੇ ਤੇ ਕੀ ਕੀ ਭਰੋਸੇ ਦਿੰਦੇ ਰਹੇ ਤੁਹਾਨੂੰ ਉੱਥੇ ਜੀ? ਪੁੱਤ ਬਣਾਇਆ ਸੀ, ਇੱਕ ਪੁੱਤ ਬਣਾ ਕੇ ਬਸ ਜੇ ਇੱਕ ਪੁੱਤ ਤੇਰੇ ਤੇ 5 ਲੱਖ ਲੱਗਦਾ ਹੈ ਲਾਵਾਂਗੇ। ਮੈਂ ਅੱਜ ਵੀ ਠੀਕ, ਕੱਲ੍ਹ ਵੀ ਠੀਕ, ਬਸ ਮੈਂ ਵੇਟ ਹੀ ਕਰਦਾ ਰਹਿ ਗਿਆ ਉਹਨਾਂ ਦੀ।
ਵੇਟ ਵਿੱਚ ਸਮਾਂ ਕਹਿੰਦੇ ਆ ਲੰਘ ਜਾਂਦਾ, ਫਿਰ ਜਿਹੜਾ ਲੰਘਿਆ ਸਮਾਂ ਮੁੜ ਕੇ ਵਾਪਸ ਨਹੀਂ ਆਉਂਦਾ। ਫਿਰ ਬੰਦੇ ਦਾ ਟੈਨਸ਼ਨ ਦੇ ਵਿੱਚ ਫਿਰ ਕਹਿੰਦੇ ਆ ਹਾਂ ਵੀ ਮੌਤ ਤੀਕਰ ਹੀ ਜਾ ਸਕਦਾ। ਇਸ ਤਰ੍ਹਾਂ ਕੀਤਾ ਉਹਨਾਂ ਨੇ ਜੀ। ਉਹ ਅੱਜ ਮਤਲਬ ਤੁਸੀਂ ਉਹਨਾਂ ਨੂੰ ਦੱਸਿਆ ਕਿ ਉਹ ਰੱਬ ਨੇ ਉਹਨਾਂ ਨੂੰ ਜਿਹੜਾ ਜੇਲ੍ਹ ਦੇ ਵਿੱਚ ਕਿਸੇ ਹੋਣੀ ਬਣਾ ਕੇ ਭੇਜ ਦਿੱਤਾ ਜੀ। ਅੱਜ ਉਹ ਜੇਲ੍ਹ ਤੋਂ ਬਾਹਰ ਹੁੰਦੇ ਤੇ ਤੁਸੀਂ ਕੀ ਕਰਦੇ ਉਹਨਾਂ ਨੂੰ? ਮੈਂ ਤਾਂ ਹੁਣ ਕੁਛ ਨਹੀਂ ਕਹਿ ਸਕਦਾ। ਉਹਨਾਂ ਦੇ ਹੁਣ ਫੋਨ ਨੰਬਰ ਵੀ ਬੰਦ ਹੋਏ ਆ। ਮੈਂ ਟਰਾਈ ਕਰ ਰਿਹਾ ਸੀ, ਫੋਨ ਵੀ ਨਹੀਂ ਲੱਗਦਾ ਪਿਆ ਹੈਗਾ ਕੋਈ। ਅਤੇ ਹੁਣ ਤਾਂ ਉਹਨਾਂ ਨੇ ਕੀ ਕਰਨਾ ਜਦੋਂ ਆਪਾਂ ਉਹਨਾਂ ਦਾ ਖਹਿੜਾ ਹੀ ਛੱਡਤਾ, ਜਦੋਂ ਆਈ ਗਏ ਉੱਥੋਂ। ਜਦੋਂ ਉਹਨਾਂ ਨੇ ਕਰਨਾ ਸੀ ਉਦੋਂ ਤੇ ਕੀਤਾ ਨਹੀਂ ਆ। ਹੁਣ ਉਹਨਾਂ ਦਾ ਕੋਈ ਫਾਇਦਾ ਹੀ ਨਹੀਂ ਆਪਾਂ ਨੂੰ। ਤੇ ਤੁਹਾਡੇ ਭੂਆ ਜੀ ਵੀ ਤੁਹਾਡੇ ਨਾਲ ਰਹਿ ਰਹੇ ਨੇ, ਸਾਰਾ ਪਰਿਵਾਰ ਇਕੱਠਾ ਰਹਿ ਰਿਹਾ ਤੇ ਇਕੱਠੇ 4 ਪਰਿਵਾਰ, ਤੁਸੀਂ 4 ਮੈਂਬਰ ਖਾਣ ਵਾਲੇ ਤੇ ਕਮਾਉਣ ਵਾਲਾ ਇੱਕ। ਹਾਂਜੀ, ਇਸ ਤਰ੍ਹਾਂ ਹੀ ਆ। ਹੁਣ ਟਾਈਮ ਤਾਂ ਕੱਢਣਾ ਹੀ ਆ ਔਖਾ। ਹੁਣ ਇਹਦੇ ਸਿਰ 'ਤੇ ਹੀ ਕੱਢ ਰਹੇ ਆ। ਚਲੋ ਜਿੰਨੇ ਜੋਗੇ ਹੈਗੇ ਆ। ਬਾਕੀ ਗੌਰਮੈਂਟ ਗਾੜੀ ਆ ਰਿਕਵੈਸਟ, ਜੇ ਕੁਝ ਕਰੇਗੀ ਤਾਂ। ਆਪਾਂ ਦੇਖਿਆ ਇਸ ਪਰਿਵਾਰ ਦੇ ਹਾਲਾਤ ਕਿੰਨੇ ਤਰਸਯੋਗ ਨੇ। ਮਤਲਬ ਕਮਾਉਣ ਵਾਲਾ ਇੱਕ ਆ ਤੇ ਪਰ ਜਿਹੜੇ ਖਾਣ ਵਾਲੇ 4, ਤੇ ਸਰਕਾਰ ਤੇ ਪ੍ਰਸ਼ਾਸਨ ਨੇ ਕੋਈ ਸਾਥ ਨਹੀਂ ਦਿੱਤਾ। ਤੇ ਟਰਸਟਾਂ ਵਾਲੇ ਵੀ ਆ ਜਿਹੜੇ ਇਹਨਾਂ ਨੂੰ ਠੱਗ ਕੇ ਤੁਰ ਗਏ। ਲੱਖਾਂ ਰੁਪਏ ਇਹਨਾਂ ਦੇ ਸਿਰ ਤੇ ਬਟੋਰ ਕੇ ਤੁਰ ਗਏ ਤੇ ਗਰੀਬ ਪਰਿਵਾਰ ਹੋਣ ਕਰਕੇ ਕੋਈ ਪੁਲਿਸ ਕੰਪਲੇਨ ਨਹੀਂ ਕਰ ਸਕਿਆ। ਤੇ ਰੱਬ ਵੀ ਪਤਾ ਨਹੀਂ ਇਹੋ ਜਿਹੇ ਪਰਿਵਾਰਾਂ ਨੂੰ ਹੀ ਕਿਉਂ ਮਾਰਦਾ ਹੈ, ਜਿਹੜੇ ਪਰਿਵਾਰ ਦਿਨ ਬ ਦਿਨ ਪਹਿਲਾਂ ਹੀ ਗਰੀਬ ਹੁੰਦੇ ਤੇ ਉੱਤੋਂ ਰੱਬ ਉੱਤੋਂ ਦੀ ਮਾਰ ਪਾਰ ਦਿੰਦਾ ਹੈ ਕਿ ਉਹ ਪਰਿਵਾਰ ਇੰਦਾ ਖੁੰਦਾ ਹੋਰ ਗਰੀਬ ਹੋ ਜਾਂਦਾ। ਤੇ ਉੱਤੋਂ ਜਿਹੜੇ ਇਹਨਾਂ ਦੇ ਨਾਂ ਤੇ ਪੈਸੇ ਬਟੋਰਨ ਵਾਲੇ ਸਮਾਜ ਸੇਵੀ। ਤਰਨਤਾਰਨ ਤੋਂ ਗੁਰਚੇਤ ਔਲਖ ਦੇ ਨਾਲ ਕੈਮਰਾਮੈਨ ਰਣਵੀਰ ਔਲਖ।